ਗਾ ਕਿਤਕ ਫੱਕੜੇ ਸਭ ਮੁਕਦੀ ਚੱਲੀ ਰਹਿਣ। ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ। ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਕਬੀਰ ਮਰਤਾ ਮਰਤਾ ਜਗ ਮੁਆ ਮਰ ਭੀ ਨਾ ਜਾਣਿਆ ਕੋਇ। ਵਾਹਿਗੁਰੂ। ਐਸੀ ਮਰਨੀ ਜੋ ਮਰੈ ਬਹੁਰ ਨ ਮਰਨਾ ਹੋਏ। ਨਾਮ ਜਪ ਲੈ ਨਮਾਣੀ ਜਿੰਦੇ ਮੇਰੀਏ ਫੇਰ ਸਮਾਂ ਬੀਤ ਜਾਊਗਾ। ਨਾਮ ਜਪ ਲੈ ਨਮਾਣੀ ਜਿੰਦੇ ਮੇਰੀਏ ਫੇਰ ਸਮਾਂ ਬੀਤ ਜਾਊਗਾ। ਨਾਮ ਜਪ ਲੈ ਨਮਾਣੀ ਜਿੰਦੇ ਮੇਰੀਏ ਫੇਰ ਸਮਾਂ ਬੀਤ ਜਾਊਗਾ। ਨਾਮ ਜਪ ਲੈ ਨਿਮਾਣੀ ਜਿੰਦੇ ਮੇਰੀਏ ਫੇਰ ਸਮਾਂ ਬੀਤ ਜਾਊਗਾ। ਲੈ ਨਿਮਾਣੀ ਜਿੰਦੇ ਮੇਰੀਏ ਫੇਰ ਸਮਾਂ ਬੀਤ ਜਾਊਗਾ। ਨਾਮ ਜਪ ਲੈ ਨਿਮਾਣੀ ਜਿੰਦੇ ਮੇਰੀਏ ਫੇਰ ਸਮਾਂ ਬੀਤ ਜਾਊਗਾ। ਨਾਮ ਜਪ ਲੈ ਨਿਮਾਣੀ ਜਿੰਦੇ ਮੇਰੀਏ ਫੇਰ ਸਮਾਂ ਬੀਤ ਜਾਊਗਾ। ਫੇਰ ਸਮਾਂ ਜੀ ਵਾਹਿਗੁਰੂ ਬੀਤ ਜਾਊਗਾ। ਫੇਰ ਸਮਾਂ ਜੀ ਬੀਤ ਜਾਊਗਾ। ਸਮਾਂ ਜੀ ਬੀਤ ਜਾਊਗਾ। ਫੇਰ ਸਮਾਂ ਜੀ ਬੀਤ ਜਾਊਗਾ। ਫੇਰ ਸਮਾਂ ਜੀ ਬੀਤ ਜਾਊਗਾ। ਫੇਰ ਸਮਾਂ ਜੀ ਬੀਤ ਜਾਊਗਾ। ਨਾਮ ਜਪ ਲੈ ਨਿਮਾਣੀ ਜਿੰਦੇ ਮੇਰੀਏ ਫੇਰ ਸਮਾਂ ਬੀਤ ਜਾਊਗਾ। ਨਾਮ ਜਪ ਲੈ ਨਿਮਾਣੀ ਜਿੰਦੇ ਮੇਰੀਏ ਫੇਰ ਸਮਾਂ ਬੀਤ ਜਾਊਗਾ। ਨਾਮ ਜਪ ਲੈ ਨਿਮਾਣੀ ਜਿੰਦੇ ਮੇਰੀਏ ਫੇਰ ਸਮਾਂ ਬੀਤ ਜਾਊਗਾ। ਨਾਮ ਜਪ ਲੈ ਨਿਮਾਣੀ ਜਿੰਦੇ ਮੇਰੀਏ ਫੇਰ ਸਮਾਂ ਬੀਤ ਜਾਊਗਾ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਤੇ ਨਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਸਭ ਨੂੰ ਪਤਾ ਹੈ ਜੋ ਪਿਛਲੇ ਸਮਿਆਂ ਦੇ ਵਿੱਚ ਭਾਈ ਸਾਹਿਬ ਭਾਈ ਅਮਰੀਕ ਸਿੰਘ ਸਰਪੰਚ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਰਾਜੇ ਹਨ। ਪਰਿਵਾਰ ਵੱਲੋਂ ਉਹਨਾਂ ਦੀ ਸ਼ਾਂਤੀ ਵਾਸਤੇ ਕਈ ਦਿਨਾਂ ਤੋਂ ਲੈ ਕਰਕੇ
ਸ੍ਰੀ ਸਹਿਜ ਪਾਠ ਪ੍ਰਾਰੰਭ ਕਰਵਾਏ। ਜਿਨ੍ਹਾਂ ਦੇ ਅੰਮ੍ਰਿਤ ਵੇਲੇ ਭੋਗ ਪਾਏ ਗਏ, ਪਰੰਤ ਗੁਰੂ ਦਾ ਹਰ ਜਸ ਸਰਬੱਤ ਸੰਗਤਾਂ ਵੱਲੋਂ, ਪਰਿਵਾਰ ਵੱਲੋਂ ਕਰਵਾਇਆ ਜਾ ਰਿਹਾ ਹੈ। ਸਤਿਗੁਰੂ ਦਾ ਵਚਨ ਹੈ, ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਸਤਿਗੁਰੂ ਬਚਨ ਕਰਦੇ ਨੇ ਜਿਹੜੇ ਆਪਣੇ ਵੱਡੇ ਵਡੇਰਿਆਂ ਨੂੰ ਯਾਦ ਕਰਦੇ ਨੇ, ਉਹਨਾਂ ਨੂੰ ਸਪੁੱਤਰ ਕਹਾਉਣ ਦਾ ਮਾਨ ਮਿਲਦਾ ਹੈ, ਸਤਿਕਾਰ ਮਿਲਦਾ ਹੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਗੁਰਬਾਣੀ ਦੇ ਵਿੱਚ ਸਮਝਾ ਰਹੇ ਨੇ ਕਿ ਹੇ ਮਨੁੱਖ, ਇਸ ਦੁਨੀਆ ਤੇ ਜਿਹੜਾ ਕੋਈ ਆਇਆ ਹੈ, ਇੱਕ ਦਿਨ ਉਹਨੂੰ ਜਾਣਾ ਪੈਣਾ ਹੈ, ਹਰ ਹਾਲਤ ਵਿੱਚ ਜਾਣਾ ਪੈਣਾ ਹੈ, ਕਿਉਂਕਿ ਮੌਤ ਇੱਕ ਅਟਲ ਸਚਾਈ ਹੈ। ਜਿਹੜੇ ਮੌਤ ਨੂੰ ਯਾਦ ਰੱਖਦੇ ਨੇ ਨਾ ਪਿਆਰਿਓ, ਸਤਿਗੁਰੂ ਕਹਿੰਦੇ ਉਹ ਪਰਮਾਤਮਾ ਨੂੰ ਯਾਦ ਰੱਖਦੇ ਨੇ। ਅੱਜ ਮਹਾਂਪੁਰਖਾਂ ਨੂੰ ਦੁਨੀਆ ਸਤਿਕਾਰ ਕਰਦੀ ਹੈ, ਕਿਉਂ ਕਰਦੀ ਹੈ? ਉਹਨਾਂ ਨੇ ਦੋ ਚੀਜ਼ਾਂ ਨੂੰ ਮੰਨਿਆ, ਦੋ ਚੀਜ਼ਾਂ ਨੂੰ ਉਹਨਾਂ ਨੇ ਮਹਾਨਤਾ ਦਿੱਤੀ ਹੈ, ਸਤਿਕਾਰ ਦਿੱਤਾ ਹੈ। ਉਹ ਦੋ ਚੀਜ਼ਾਂ ਕੀ ਨੇ ਪਿਆਰਿਓ? ਇੱਕ ਤਾਂ ਰੱਬ ਦਾ ਨਾਮ, ਪਰਮਾਤਮਾ ਦਾ ਨਾਮ, ਤੇ ਮੌਤ। ਸਤਿਗੁਰੂ ਕਹਿੰਦੇ ਵਾਹਿਗੁਰੂ ਪਰਮਾਤਮਾ ਦਾ ਨਾਮ ਤੇ ਮੌਤ। ਜਿਹੜੇ ਇਹਨਾਂ ਨੂੰ ਯਾਦ ਰੱਖਦੇ ਨੇ ਨਾ 24 ਘੰਟੇ, ਉਹ ਵਾਹਿਗੁਰੂ ਪਰਮਾਤਮਾ ਦੀ ਦਰਗਾਹ ਵਿੱਚ ਕਬੂਲੇ ਜਾਂਦੇ ਨੇ। ਆਖੋ ਸਤਿਨਾਮ ਵਾਹਿਗੁਰੂ। ਸਤਿਗੁਰੂ ਬਚਨ ਕਰਦੇ ਨੇ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਨੇ। ਕਹਿੰਦੇ ਭਾਈ, ਦੁਨੀਆ ਤੋਂ ਤਾਂ ਜਾਣਾ ਹੈ, ਪਰ ਕੁਛ ਕਰਕੇ ਜਾਈਏ। ਕੀ ਕਰਕੇ ਜਾਈਏ? ਉਸ ਵਾਹਿਗੁਰੂ ਪਰਮਾਤਮਾ ਦੀ ਭਗਤੀ ਕਰਕੇ ਜਾਈਏ, ਉਹਦਾ ਸਿਮਰਨ ਕਰੀਏ, ਸੇਵਾ ਕਰੀਏ। ਸਤਿਗੁਰੂ ਦਾ ਬਚਨ ਹੈ, ਕਾਲ ਪੁਰਖ ਵਾਹਿਗੁਰੂ ਪਰਮਾਤਮਾ ਕਿੱਥੇ ਰਹਿੰਦੇ ਨੇ? ਹੁਣ ਕਈਆਂ ਦੇ ਮਨ ਵਿੱਚ ਸਵਾਲ ਪੈਦਾ ਹੁੰਦਾ ਕਿ ਵਾਹਿਗੁਰੂ ਪਰਮਾਤਮਾ ਕਿੱਥੇ ਰਹਿੰਦੇ ਨੇ, ਕਿੱਥੇ ਵਸਦੇ ਨੇ? ਵਾਹਿਗੁਰੂ ਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਐਡਰੈਸ ਰਹਿਣ ਦਾ ਗੁਰਬਾਣੀ ਦੱਸਦੀ ਹੈ। ਇੱਕ ਤਾਂ ਕਹਿੰਦੇ ਪਰਮਾਤਮਾ ਸਾਧੂਆਂ ਦੀ ਰਸਨਾ ਤੇ ਵਸਦਾ ਹੈ। ਪ੍ਰਭ ਜੀ ਵਸੈ ਸਾਧ ਕੀ ਰਸਨਾ। ਸਾਧੂ ਬੰਦਗੀ ਕਰਨ ਵਾਲਿਆਂ ਦੀ ਰਸਨਾ ਤੇ ਵਾਹਿਗੁਰੂ ਪਰਮਾਤਮਾ ਵਸਦੇ ਨੇ। ਦੂਸਰਾ ਗੁਰਬਾਣੀ ਦਾ ਬਚਨ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਦੂਸਰਾ ਸਤਿਗੁਰੂ ਦੱਸਦੇ ਨੇ, ਕਹਿੰਦੇ ਕਾਲ ਪੁਰਖ ਵਾਹਿਗੁਰੂ ਪਰਮਾਤਮਾ ਸੰਗਤ ਵਿੱਚ ਵਸਦੇ ਨੇ। ਤੀਸਰਾ ਬਚਨ ਕਰਦੀ ਹੈ ਗੁਰਬਾਣੀ,
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੀਸਰਾ ਬਚਨ ਕਰਦੇ ਨੇ, ਘਟ ਘਟ ਮੈਂ ਹਰ ਜੋ ਬਸੈ, ਸੰਤਨ ਕਹਿਓ ਪੁਕਾਰ। ਕਹਿੰਦੇ ਵਾਹਿਗੁਰੂ ਪਰਮਾਤਮਾ ਸਾਰੀਆਂ ਘਟਾਂ ਦੇ ਵਿੱਚ ਵਸਦਾ, ਕਹਿੰਦੇ ਆਪਣਾ ਆਨੰਦ ਮਾਣ ਲੈ ਆਖੋ ਸਤਨਾਮ। ਰਾਮ ਬੋਲੇ ਰਾਮ ਬੋਲੇ ਰਾਮ ਬੋਲਦਾ, ਸਾਰੀਆਂ ਘਟਾਂ ਦੇ ਵਿੱਚ ਰਾਮ ਬੋਲਦਾ। ਰਾਮ ਬੋਲੇ ਰਾਮ ਬੋਲੇ ਰਾਮ ਬੋਲਦਾ, ਸਾਰੀਆਂ ਘਟਾਂ ਦੇ ਵਿੱਚ ਰਾਮ ਬੋਲਦਾ। ਰਾਮ ਬੋਲਦਾ, ਸਾਰੀਆਂ ਘਟਾਂ ਦੇ ਵਿੱਚ ਰਾਮ ਬੋਲਦਾ। ਰਾਮਾ ਬੋਲੇ ਰਾਮ ਬੋਲ, ਸਾਰੀਆਂ ਘਟਾਂ ਦੇ ਵਿੱਚ ਰਾਮ ਬੋਲਦਾ। ਰਾਮ ਬੋਲੇ ਰਾਮ ਬੋਲਦਾ, ਸਾਰੀਆਂ ਘਟਾਂ ਦੇ ਵਿੱਚ ਰਾਮ ਬੋਲਦਾ। ਬੋਲੇ ਰਾਮ ਬੋਲਦਾ, ਸਾਰੀਆਂ ਘਟਾਂ ਦੇ ਵਿੱਚ ਰਾਮ ਬੋਲਦਾ। ਰਾਮਾ ਬੋਲੇ ਰਾਮ ਬੋਲ, ਵਾਹਿਗੁਰੂ। ਸਾਰੀਆਂ ਘਟਾਂ ਦੇ ਵਿੱਚ ਰਾਮ ਬੋਲਦਾ। ਰਾਮ ਬੋਲੇ ਰਾਮ ਬੋਲਦਾ, ਸਾਰੀਆਂ ਘਟਾਂ ਦੇ ਵਿੱਚ ਰਾਮ ਬੋਲਦਾ। ਬੋਲੇ ਰਾਮ ਬੋਲਦਾ, ਸਾਰੀਆਂ ਘਟਾਂ ਦੇ ਵਿੱਚ ਬੰਦਾ ਨਾਮ ਦੇ ਜਪਣ ਨੂੰ ਆਇਆ, ਮਾਇਆ ਵਾਲਾ ਜਾਲ ਪੈ ਗਿਆ। ਬੰਦਾ ਨਾਮ ਦੇ ਜਪਣ ਨੂੰ ਆਇਆ, ਮਾਇਆ ਵਾਲਾ ਜਾਲ ਪੈ ਗਿਆ। ਬੰਦਾ ਨਾਮ ਹੀ ਜਪਣ ਨੂੰ ਆਇਆ, ਮਾਇਆ ਵਾਲਾ ਜਾਲ ਪੈ ਗਿਆ। ਬੰਦਾ ਨਾਮ ਜਪਣ ਨੂੰ ਆਇਆ, ਮਾਇਆ ਵਾਲਾ ਜਾਲ ਪੈ ਗਿਆ। ਸਤਿਗੁਰੂ ਵਰਚਨ ਕਰਦੇ ਨੇ, ਰਾਮ ਜਪੋ ਜੀ ਐਸੇ ਐਸੇ। ਗੁਰੂ ਸਾਹਿਬ ਕਹਿੰਦੇ ਨਾਮ ਜਪ ਕਿਵੇਂ ਜਪਣਾ ਹੈ? ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਦੇਖੋ ਗੁਰਬਾਣੀ ਦੇ ਵਿੱਚ ਪ੍ਰਹਿਲਾਦ ਭਗਤ ਨੂੰ ਤੇ ਧਰੂ ਨੂੰ ਬੜੇ ਸਤਿਕਾਰ ਦੇ ਨਾਲ ਨਵਾਜਿਆ, ਬੜੇ ਪ੍ਰੇਮ ਦੇ ਨਾਲ ਨਵਾਜਿਆ। ਧੰਨ ਸੀ ਉਹ ਮਾਵਾਂ ਜਿਨ੍ਹਾਂ ਨੇ ਪ੍ਰਹਿਲਾਦ ਭਗਤ ਵਰਗੇ ਬਣਾਏ। ਧੰਨ ਸੀ ਉਹ ਮਾਵਾਂ ਜਿਨ੍ਹਾਂ ਨੇ ਧਰੂ ਭਗਤ ਵਰਗੇ ਬਣਾਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਰਾਮ ਜਪੋ ਜੀ ਐਸੇ ਐਸੇ। ਜੇ ਕਹਿੰਦੇ ਤੈਨੂੰ ਆਪ ਤੋਂ ਨਹੀਂ ਪਤਾ ਲੱਗਦਾ, ਕਹਿੰਦੇ ਧਰੂ ਪ੍ਰਹਿਲਾਦ ਕਨੀ ਨਿਗਾਹ ਮਾਰ ਲੈ ਆਖੋ ਸਤਨਾਮ। ਵਾਹਿਗੁਰੂ। ਜੇ ਤੈਨੂੰ ਨਹੀਂ ਪਤਾ ਲੱਗਦਾ, ਕਹਿੰਦੇ ਧਰੂ ਭਗਤ ਤੇ ਪ੍ਰਹਿਲਾਦ ਭਗਤ ਇਹਨਾਂ ਵੱਲ ਧਿਆਨ ਮਾਰ ਲੈ ਭਾਈ। ਕਿਉਂ? ਕਿਉਂਕਿ ਇਹਨਾਂ ਦੀ ਉਮਰ ਬੜੀ ਛੋਟੀ ਸੀ। ਦੀਨ ਦਿਆਲ ਭਰੋਸੇ ਤੇਰੇ ਭਰੋਸੇ ਤੇ ਸਭ ਪਰਿਵਾਰ ਚੜਾਇਆ ਬੇੜੇ। ਜਾ ਤਿਸ ਭਾਵੈ ਤਾ ਹੁਕਮ ਮਨਾਵੈ, ਇਸ ਬੇੜੇ ਕੋ ਪਾਰ ਲੰਘਾਵੈ। ਸਤਿਗੁਰੂ ਕਹਿੰਦੇ ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੈ
ਜੇ ਦਿਨ ਦਿਨ ਅਵਧ ਘਟਤ ਹੈ। ਕਹਿੰਦੇ ਛੋਟਾ ਜਿਹਾ ਬੱਚਾ ਹੁੰਦਾ ਹੈ, ਤੋਤਲੀਆਂ ਜੀਆਂ ਗੱਲਾਂ ਕਰਦਾ ਹੈ, ਤੋਤਲੀ ਆਵਾਜ਼ ਵਿੱਚ ਖੇਡਦਾ ਹੈ, ਹੱਸਦਾ ਹੈ। ਸਤਿਗੁਰੂ ਕਹਿੰਦੇ ਸਾਰੇ ਖੁਸ਼ ਹੁੰਦੇ ਨੇ। ਮਾਤਾ ਬੜੀ ਖੁਸ਼ ਹੁੰਦੀ ਹੈ, ਪਰ ਕਹਿੰਦੇ ਮਾਤਾ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੇਰੇ ਪੁੱਤਰ ਦੀ ਉਮਰ ਵੀ ਘਟਦੀ ਜਾ ਰਹੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਰੇ ਕਹਿੰਦੇ ਬੜਾ ਹੱਸਦੇ ਨੇ, ਖੁਸ਼ ਹੁੰਦੇ ਨੇ ਕਿ ਬੱਚਾ ਬੋਲਣ ਲੱਗ ਗਿਆ, ਗੱਲਾਂ ਕਰਦਾ ਹੈ, ਤੋਤਲੀ ਆਵਾਜ਼ ਵਿੱਚ ਬੋਲਦਾ ਹੈ। ਪਰ ਸਤਿਗੁਰੂ ਕਹਿੰਦੇ ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਧਰੂ ਪ੍ਰਹਿਲਾਦ ਗੁਰਬਾਣੀ ਦੇ ਵਿੱਚ ਬੜਾ ਸਤਿਕਾਰ ਸਤਿਗੁਰਾਂ ਨੇ ਕੀਤਾ ਹੈ। ਜਿਹੜਾ ਧਰੂ ਸੀ ਨਾ ਪਿਆਰਿਓ, ਧਰੂ ਇਹ ਰਾਜਾ ਉਤਾਨਪਾਦ ਦਾ ਲੜਕਾ ਸੀ। ਸਾਡਾ ਇਤਿਹਾਸ ਹੈ, ਧਰੂ ਰਾਜਾ ਉਤਾਨਪਾਦ ਦਾ ਪੁੱਤਰ ਸੀ। ਧਰੂ ਦੀ ਮਾਤਾ ਦਾ ਨਾਮ ਸੀ ਸੁਨੀਤਾ। ਉਸ ਰਾਜੇ ਨੇ ਐਸਾ ਕੋਈ ਕਾਰਨ ਬਣਿਆ, ਆਪਣੇ ਪਰਿਵਾਰ ਹੁੰਦੇ ਹੋਏ, ਬੱਚੇ ਹੁੰਦੇ ਹੋਏ ਆਪਣੀ ਦੁਬਾਰਾ ਸ਼ਾਦੀ ਕਰਵਾ ਲਈ। ਜਿਹੜੀ ਦੁਬਾਰਾ ਸ਼ਾਦੀ ਕਰਵਾਈ ਨਾ ਪਿਆਰਿਓ, ਇਤਿਹਾਸ ਦੱਸਦਾ ਹੈ ਜਦੋਂ ਹੁਣ ਬੱਚੇ ਨੂੰ ਮਤਰੇਈ ਮਾਂ ਮਿਲ ਜਾਵੇ ਤਾਂ ਬੱਚੇ ਦੀ ਜਿਹੜੀ ਜ਼ਿੰਦਗੀ ਹੈ ਨਾ ਬਹੁਤ ਸੰਘਰਸ਼ਾਂ ਦੇ ਵਿੱਚ ਦੀ ਤੇ ਬਹੁਤ ਜ਼ਿੰਦਗੀ ਖਰਾਬ ਹੋ ਜਾਂਦੀ ਹੈ। ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਜੀ 12 ਦੇ ਵਿੱਚ ਸਾਨੂੰ ਸਮਝਾ ਰਹੇ ਨੇ। ਧਰੂ ਹੱਸਦਾ ਘਰ ਆਇਆ। ਕਹਿੰਦੇ ਜਦੋਂ ਧਰੂ ਹੱਸਦਾ ਹੋਇਆ, ਖੇਡਦਾ ਹੋਇਆ ਆਪਣੇ ਮਹਿਲਾਂ ਦੇ ਵਿੱਚ ਆਇਆ, ਕਰ ਪਿਆਰ ਪਿਓ ਕੁਛੜ ਲੀਤਾ। ਰਾਜਾ ਉਤਾਨਪਾਦ ਨੂੰ ਕਹਿੰਦੇ ਆਪਣੇ ਪੁੱਤਰ ਦਾ ਪਿਆਰ ਬੜਾ ਆਇਆ। ਰਾਜੇ ਨੂੰ ਆਪਣੇ ਪੁੱਤਰ ਧਰੂ ਦਾ ਇੰਨਾ ਪਿਆਰ ਆਇਆ, ਕਹਿੰਦੇ ਉਦੋਂ ਹੀ ਗੋਦੀ ਚੁੱਕ ਲਿਆ, ਗੋਦੀ ਵਿੱਚ ਬਿਠਾ ਲਿਆ। ਜਦੋਂ ਧਰੂ ਆਪਣੇ ਪਿਤਾ ਦੀ ਗੋਦੀ ਵਿੱਚ ਬੈਠਾ ਹੈ, ਧਰੂ ਦਾ ਪਿਤਾ ਆਪਣੇ ਪੁੱਤਰ ਦੇ ਨਾਲ ਗੱਲਾਂ ਕਰਦਾ ਹੈ, ਤੋਤਲੀ ਆਵਾਜ਼ ਵਿੱਚ ਉਸੇ ਤਰ੍ਹਾਂ ਹੀ ਬੋਲਦਾ ਹੈ। ਕਦੇ ਧਰੂ ਹੱਸ ਪੈਂਦਾ, ਕਦੇ ਉਹਦਾ ਪਿਤਾ ਹੱਸ ਪੈਂਦਾ ਹੈ। ਆਪਣੀ ਮੌਜ ਵਿੱਚ ਹੱਸ ਰਹੇ ਨੇ, ਖੇਡ ਰਹੇ ਨੇ। ਇਤਨੇ ਸਮੇਂ ਨੂੰ ਜਿਹੜੀ ਧਰੂ ਦੀ ਮਤੇਰ ਮਾਂ ਸੀ ਨਾ ਪਿਆਰਿਓ, ਉਹਦਾ ਮਹਿਲਾਂ ਵਿੱਚ ਆਉਣਾ ਹੋ ਗਿਆ। ਮੱਥੇ ਵਿੱਚ ਤਿਉੜੀ ਪੈ ਗਈ, ਗੁੱਸੇ ਵਿੱਚ ਆ ਗਈ, ਕਿਉਂਕਿ ਜਿਹੜੀ ਉਹ ਮਤਰੇਈ ਮਾਂ ਸੀ ਉਹਦੇ ਮਨ ਵਿੱਚ ਇਹ ਫੁਰਨਾ ਸੀ ਕਿ ਇਸ ਰਾਜ ਭਾਗ ਦਾ ਮਾਲਕ ਮੈਂ ਆਪਣੇ ਪੁੱਤਰ ਨੂੰ ਬਣਾਵਾਂਗੀ। ਆਖੋ ਸਤਨਾਮ। ਇਸ ਰਾਜ ਭਾਗ ਦਾ ਮਾਲਕ ਆਪਣੇ ਪੁੱਤਰ ਨੂੰ ਬਣਾਵਾਂਗੀ। ਜਦੋਂ ਆਈ ਰਾਜੇ ਦੇ ਕੋਲ, ਧਰੂ ਨੂੰ ਕਹਿੰਦੇ
ਗੋਦੀ ਚੋਂ ਚੁੱਕ ਕੇ ਪਰਾਂ ਉਤਾਰ ਦਿੱਤਾ ਤੇ ਨਾਲੇ ਕਹਿੰਦੀ ਐ ਤੂੰ ਰਾਜੇ ਦੀ ਗੋਦੀ ਵਿੱਚ ਬਹਿਣ ਦਾ ਹੱਕਦਾਰ ਨਹੀਂ। ਆਖੋ ਸਤਿਨਾਮ। ਵਾਹਿਗੁਰੂ। ਤੂੰ ਕਹਿੰਦੀ ਹੱਕਦਾਰ ਨਹੀਂ, ਮੇਰਾ ਪੁੱਤਰ ਇਸ ਰਾਜ ਭਾਗ ਦਾ ਮਾਲਕ ਬਣੇਗਾ। ਭਾਈ ਗੁਰਦਾਸ ਜੀਆਂ ਨੇ ਉਸ ਮਾਤਾ ਦੇ ਪਰਥਾਏ ਬਚਨ ਬੜੇ ਸੋਹਣੇ ਲਿਖੇ ਨੇ ਵਾਰਾਂ ਦੇ ਵਿੱਚ। ਬੁਰੀਆਂ ਹੁੰਦੀਆਂ ਮਤੇ ਮਾਮਾ ਗੋਦ ਵਿੱਚੋਂ ਕੱਢ ਲੈਂਦੀਆਂ। ਬੁਰੀਆਂ ਹੁੰਦੀਆਂ ਮਤੇ ਮਾਮਾ ਗੋਦ ਵਿੱਚੋਂ ਕੱਢ ਲੈਂਦੀਆਂ। ਨਿਯਮ ਤੇਰਾ ਮਾਵਾ ਗੋਦ ਵਿੱਚੋਂ ਕੱਢ ਲੈਂਦੀਆਂ। ਨਿਯਮ ਤੇਰਾ ਮਾਵਾ ਵਿੱਚੋਂ ਕੱਢ ਲੈਂਦੀਆਂ। ਨਿਯਮ ਤੇਰਾ ਮਾਵਾ ਗੋਦ ਵਿੱਚੋਂ ਕੱਢ ਲੈਂਦੀਆਂ। ਨਿਯਮ ਤੇਰਾ ਮਾਵਾ ਗੋਦ ਵਿੱਚੋਂ ਕੱਢ ਲੈਂਦੀਆਂ। ਪਿਆਰੇ ਜੀ ਗੋਦ ਵਿੱਚੋਂ ਕੱਢ ਲੈਂਦੀਆਂ। ਪਿਆਰਿਆ ਗੋਦ ਵਿੱਚੋਂ ਕੱਢ ਲੈਂਦੀਆਂ। ਹਰੇ ਜੀ ਜੋਗ ਵਿੱਚੋਂ ਕੱਢ ਲੈਂਦੀਆਂ। ਪਿਆਰਿਆ ਗੋਦ ਵਿੱਚੋਂ ਕੱਢ ਲੈਂਦੀਆਂ। ਗੋਦ ਵਿੱਚੋਂ ਕੱਢ ਲੈਂਦੀਆਂ। ਪਿਆਰਿਆ ਗੋਦ ਵਿੱਚੋਂ ਕੱਢ ਲੈਂਦੀਆਂ। ਬੁਰੀਆਂ ਹੁੰਦੀਆਂ ਮਤੇ ਮਾਮਾ ਗੋਦ ਵਿੱਚੋਂ ਕੱਢ ਲੈਂਦੀਆਂ। ਬੁਰੀਆਂ ਹੁੰਦੀਆਂ ਮਤੇ ਮਾਮਾ ਗੋਦ ਵਿੱਚੋਂ ਕੱਢ ਲੈਂਦੀਆਂ। ਹੁੰਦੀਆਂ ਮਤੇਰਾ ਮਾਵਾ ਗੋਦ ਵਿੱਚੋਂ ਕੱਢ ਲੈਂਦੀਆਂ। ਹੁੰਦੀਆਂ ਮਤੇਰਾ ਮਾਵਾ ਗੋਦ ਵਿੱਚੋਂ ਕੱਢ ਲੈਂਦੀਆਂ। ਮਾਵਾ ਗੋਦ ਵਿੱਚੋਂ ਕੱਢ ਲੈਂਦੀਆਂ। ਹੁੰਦੀਆਂ ਮਤੇਰਾ ਮਾਵਾ ਗੋਦ ਵਿੱਚੋਂ ਕੱਢ ਲੈਂਦੀਆਂ। ਭਾਈ ਗੁਰਦਾਸ ਜੀ ਸਮਝਾਉਣਾ ਕਰਦੇ ਨੇ ਜਿਹੜੀ ਧਰੂ ਦੀ ਮਤੇਰ ਮਾਂ ਸੀ ਨਾ, ਉਹਨੇ ਧਰੂ ਨੂੰ ਗੋਦੀ ਚੁੱਕ ਕੇ ਪਰਾਂ ਉਤਾਰ ਦਿੱਤਾ ਤੇ ਨਾਲੇ ਝਿੜਕਦੀ ਐ, ਗੁੱਸੇ ਨਾਲ ਬੋਲਦੀ ਐ ਕਿ ਤੂੰ ਰਾਜੇ ਦੀ ਗੋਦ ਵਿੱਚ ਬਹਿਣ ਦਾ ਹੱਕਦਾਰ ਨਹੀਂ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਗੁਰੂ ਪਿਆਰਿਓ ਇਤਿਹਾਸ ਇੱਥੇ ਤੱਕ ਦੱਸਦਾ, ਕਹਿੰਦੇ ਜਿਹੜੇ ਬੱਚੇ ਨੂੰ ਪਿਤਾ ਦਾ ਪਿਆਰ ਨਾ ਮਿਲੇ ਨਾ, ਪਿਤਾ ਦਾ, ਉਹ ਬੱਚੇ ਦਾ ਜੀਵਨ ਕਹਿੰਦੇ ਅਧੂਰਾ ਹੈ। ਜਿਹੜੇ ਵੀ ਬੱਚੇ ਨੂੰ ਪਿਤਾ ਦਾ ਪਿਆਰ ਨਹੀਂ ਮਿਲਦਾ, ਸਤਿਕਾਰ ਨਹੀਂ ਮਿਲਦਾ, ਕਹਿੰਦੇ ਉਹਦਾ ਜੀਵਨ ਅਧੂਰਾ ਹੈ। ਕਿਉਂਕਿ ਪਿਤਾ ਗੁਰਬਾਣੀ ਨੇ ਇੱਕ ਰੱਬ ਦਾ ਰੂਪ ਦੱਸਿਆ। ਸਭ ਤੋਂ ਪਹਿਲਾਂ ਬੱਚੇ ਦਾ ਟੀਚਰ, ਸਭ ਤੋਂ ਪਹਿਲਾਂ ਬੱਚੇ ਦਾ ਅਧਿਆਪਕ ਕੌਣ ਹੈ? ਮਾਤਾ ਪਿਤਾ ਨੇ। ਜਿਹੜੇ ਬਾਅਦ ਵਿੱਚ ਟੀਚਰ ਬਣਦੇ ਨੇ, ਮਾਸਟਰ ਸਿਖਾਉਂਦੇ ਨੇ, ਪਿਆਰਿਓ, ਉਹ ਸਤਿਗੁਰੂ ਕਹਿੰਦੇ ਉਹ ਬਾਅਦ ਵਿੱਚ ਨੇ। ਸਭ ਤੋਂ ਪਹਿਲਾਂ ਮਾਤਾ ਤੇ ਪਿਤਾ
ਵੇਖੋ ਮਾਤਾ ਬੱਚੇ ਨੂੰ ਬੋਲਣਾ ਸਿਖਾਉਂਦੀ ਹੈ ਤੇ ਮਾਤਾ ਹੀ ਬੱਚੇ ਨੂੰ ਸਕੂਲ ਜਾਣਾ ਸਿਖਾਉਂਦੀ ਹੈ। ਮਾਤਾ ਬੱਚੇ ਨੂੰ ਖਾਣਾ ਸਿਖਾਉਂਦੀ ਹੈ, ਕੱਪੜੇ ਪਹਿਨਣੇ ਸਿਖਾਉਂਦੀ ਹੈ। ਸਤਿਗੁਰੂ ਕਹਿੰਦੇ ਤੂੰ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਮਾਤਾ ਪਿਤਾ ਸਭ ਤੋਂ ਪਹਿਲਾਂ ਗੁਰਬਾਣੀ ਨੇ ਗੁਰੂ ਮੰਨੇ ਨੇ ਬੱਚੇ ਦੇ। ਇਸ ਕਰਕੇ ਸਤਿਗੁਰੂ ਕਹਿੰਦੇ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ। ਉਦੋਂ ਉੱਪਰਲੀ ਸਟੇਜ ਹੈ ਕਹਿੰਦੇ ਪਰਮਾਤਮਾ, ਕਾਲ ਪੁਰਖ ਵਾਹਿਗੁਰੂ। ਜਦੋਂ ਕਹਿੰਦੇ ਮਾਤਾ ਪਿਤਾ ਵੀ ਸਾਥ ਛੱਡ ਜਾਣ, ਭੈਣ ਭਾਈ ਰਿਸ਼ਤੇਦਾਰ, ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਉੱਥੇ ਕਹਿੰਦੇ ਨਾਮ ਫਿਰ ਸਹਾਇਤਾ ਕਰਦਾ ਹੈ। ਜਦੋਂ ਆਖਰੀ ਸਮਾਂ ਆਉਂਦਾ ਹੈ ਉਦੋਂ ਫਿਰ ਕਾਲ ਪੁਰਖ ਵਾਹਿਗੁਰੂ ਮੁਖ ਪਿਆਓ ਬੈਠ ਕੋ ਦੈਨ। ਸਤਿਗੁਰੂ ਕਹਿੰਦੇ ਜਦੋਂ ਸਾਰੇ ਸਾਥ ਛੱਡ ਜਾਂਦੇ ਨੇ ਉੱਥੇ ਫਿਰ ਵਾਹਿਗੁਰੂ ਪਰਮਾਤਮਾ ਸਹਾਇਤਾ ਕਰਦਾ ਹੈ। ਆਓ ਸਾਰੇ ਪਿਆਰ ਤੇ ਸਤਿਕਾਰ ਨਾਲ ਹਾਜ਼ਰੀਆਂ ਲਵਾਈਏ। ਰਾਮ ਨੇ ਸਹਾਇਤਾ ਕਰਨੀ ਜੀ, ਉਥੇ ਨਾਮ ਨੇ ਸਹਾਇਤਾ ਕਰਨੀ, ਜਿੱਥੇ ਨਾ ਕੋਈ ਮਾਤ ਪਿਤਾ ਤੇਰਾ ਜਿੱਥੇ ਨਾ ਕੋਈ ਮਾਤ ਪਿਤਾ, ਉਥੇ ਨਾਮ ਨੇ ਸਹਾਇਤਾ ਕਰਨੀ, ਉਥੇ ਨਾਮ ਨੇ ਸਹਾਇਤਾ ਕਰਨੀ, ਜਿੱਥੇ ਨਾ ਕੋਈ ਮਾਤ ਪਿਤਾ ਤੇਰਾ ਜਿੱਥੇ ਨਾ ਕੋਈ ਮਾਤ ਪਿਤਾ, ਉਥੇ ਨਾਮ ਨੇ ਸਹਾਇਤਾ ਤੇਰੀ ਕਰਨੀ, ਉਥੇ ਨਾਮ ਨੇ ਸਹਾਇਤਾ ਤੇਰੀ ਕਰਨੀ, ਜਿੱਥੇ ਨਾ ਕੋਈ ਮਾਤ ਪਿਤਾ ਤੇਰਾ ਜਿੱਥੇ ਨਾ ਕੋਈ ਮਾਤ ਪਿਤਾ, ਉਥੇ ਨਾਮ ਨੇ ਸਹਾਇਤਾ ਕਰਨੀ, ਉਥੇ ਨਾਮ ਨੇ ਸਹਾਇਤਾ ਕਰਨੀ। ਵਾਹਿਗੁਰੂ ਨਾਮ ਨੇ ਸਹਾਇਤਾ ਕਰਨੀ, ਉਥੇ ਨਾਮ ਨੇ ਸਹਾਇਤਾ ਕਰਨੀ। ਨਾਮ ਨੇ ਸਹਾਇਤਾ ਕਰਨੀ, ਉਥੇ ਨਾਮ ਨੇ ਸਹਾਇਤਾ ਕਰਨੀ। ਨਾਮ ਨੇ ਸਹਾਇਤਾ ਕਰਨੀ, ਉਥੇ ਨਾਮ ਨੇ ਸਹਾਇਤਾ ਕਰਨੀ। ਕਰਨੀ, ਉਥੇ ਨਾਮ ਨੇ ਸਹਾਇਤਾ, ਨਾਮ ਨੇ ਸਹਾਇਤਾ ਤੇਰੀ ਕਰਨੀ, ਉਥੇ ਨਾਮ ਨੇ ਸਹਾਇਤਾ ਕਰਨੀ। ਨਾਮ ਨੇ ਸਹਾਇਤਾ ਕਰਨੀ, ਜਿੱਥੇ ਨਾ ਕੋਈ ਮਾਤ ਪਿਤਾ ਤੇਰਾ ਜਿੱਥੇ ਨਾ ਕੋਈ ਮਾਤ ਪਿਤਾ, ਉਥੇ ਨਾਮ ਨੇ ਸਹਾਇਤਾ ਕਰਨੀ, ਉਥੇ ਨਾਮ ਨੇ ਸਹਾਇਤਾ ਕਰਨੀ, ਜਿੱਥੇ ਨਾ ਕੋਈ ਮਾਤ ਪਿਤਾ ਤੇਰਾ ਜਿੱਥੇ ਨਾ ਕੋਈ ਮਾਤ ਪਿਤਾ, ਉਥੇ ਨਾਮ ਨੇ ਸਹਾਇਤਾ ਕਰਨੀ, ਉਥੇ ਨਾਮ ਨੇ ਸਹਾਇਤਾ ਕਰਨੀ, ਜਿੱਥੇ ਨਾ ਕੋਈ ਮਾਤ ਪਿਤਾ ਤੇਰਾ ਜਿੱਥੇ ਨਾ ਕੋਈ ਮਾਤ ਪਿਤਾ, ਉਥੇ ਨਾਮ ਨੇ। ਸਤਿਗੁਰੂ ਕਹਿੰਦੇ ਨਾਮ ਸਹਾਇਤਾ ਕਰਦਾ ਹੈ, ਜਿੱਥੇ ਸਾਰੇ ਸਾਥ ਛੱਡ ਜਾਣ। ਜਿੱਥੇ ਧੀਆਂ ਤੇ ਪੁੱਤਰ, ਮਾਤਾ ਪਿਤਾ, ਰਿਸ਼ਤੇਦਾਰ, ਸਤਿਗੁਰੂ ਕਹਿੰਦੇ ਨੇ ਉਸ ਸਮੇਂ ਕਹਿੰਦੇ ਪਰਮਾਤਮਾ ਰੱਖਿਆ ਕਰਦਾ ਹੈ, ਉਹਨਾਂ ਦੇ ਵਿੱਚ ਦੀ ਵਸ ਕੀ ਕਰ ਜਾਂਦਾ ਹੈ। ਪਿਆਰਿਓ, ਧਰੂ ਦੀ ਮਤੇਰ ਮਾਤਾ ਬੜੇ ਗੁੱਸੇ ਵਿੱਚ ਹੈ, ਕਹਿੰਦੀ ਤੂੰ ਹੱਕਦਾਰ ਨਹੀਂ ਆਪਣੇ ਪਿਤਾ ਦੀ ਗੋਦ ਵਿੱਚ ਬੈਠਣ ਦਾ। ਧਰੂ ਕਹਿੰਦੇ ਬੜਾ ਰੋ ਰਿਹਾ ਹੈ, ਬੜਾ ਗੁੱਸੇ ਵਿੱਚ ਹੈ, ਤੇ ਰੋਂਦਾ ਰੋਂਦਾ ਜਿਹੜੀ ਆਪਣੀ ਅਸਲੀ ਮਾਤਾ ਸੀ ਕਹਿੰਦੇ ਉਹਦੇ ਕੋਲ ਆਇਆ।
ਮਾਤਾ ਨੂੰ ਦੱਸਦਾ, ਮਾਤਾ ਜੀ ਮੈਨੂੰ ਮੇਰੀ ਛੋਟੀ ਮਾਂ ਅੱਜ ਬੜਾ ਕੁੱਟਿਆ ਤੇ ਮੈਨੂੰ ਮੇਰੇ ਪਿਤਾ ਦੀ ਗੋਦ ਵਿੱਚੋਂ ਲਾ ਕੇ ਤੇ ਮੈਨੂੰ ਕੁੱਟਿਆ ਤੇ ਬੜਾ ਮੰਦਾ ਵੀ ਬੋਲਿਆ। ਧਰੂ ਦੀ ਜਿਹੜੀ ਅਸਲ ਮਾਤਾ ਸੀ ਨਾ ਪਿਆਰਿਓ, ਚੁੱਕਿਆ ਗੋਦੀ ਵਿੱਚ ਪਿਆਰ ਦਿੱਤਾ, ਪਿਆਰ ਦੇ ਨਾਲ ਆਪਣੇ ਪੁੱਤਰ ਨੂੰ ਕਹਿ ਰਹੀ ਹੈ, ਪੁੱਤਰ ਰੋ ਨਾ। ਆਪਸ ਵਿੱਚ ਮਾਂ ਤੇ ਪੁੱਤ ਸਵਾਲ ਜਵਾਬ ਕਰਦੇ ਨੇ। ਪੁੱਤਰ ਕਹਿੰਦਾ, ਮਾਤਾ ਮੈਨੂੰ ਐਂ ਦੱਸ, ਇਸ ਘਰ ਦੀ ਤੂੰ ਮਾਂ ਗੋਲੀ ਐ ਕਿ ਰਾਣੀ ਐ? ਸਵਾਲ ਬੜਾ ਵਜਨਦਾਰ ਸੀ ਪਿਆਰਿਓ। ਧਰੂ ਆਪਣੀ ਮਾਤਾ ਨੂੰ ਪੁੱਛਦਾ, ਮਾਤਾ ਜੀ ਮੈਨੂੰ ਏਦਾਂ ਦੱਸ, ਇਸ ਰਾਜ ਭਾਗ ਦੀ ਤੂੰ ਗੋਲੀ ਐ ਕਿ ਤੂੰ ਰਾਣੀ ਐ? ਧਰੂ ਦੀ ਮਾਤਾ ਨੇ ਬੜਾ ਸੋਹਣਾ ਜਵਾਬ ਦਿੱਤਾ ਪਿਆਰਿਓ। ਅੱਜ ਵਾਲੀਆਂ ਮਾਵਾਂ ਵੀ ਇਹ ਬਚਨ ਪੱਲੇ ਬੰਨ ਲਓ। ਧਰੂ ਦੀ ਮਾਤਾ ਕਹਿੰਦੀ, ਹਾਂ ਤਾਂ ਮੈਂ ਰਾਣੀ, ਪਰ ਕਹਿੰਦੀ ਮੈਂ ਭਜਨ ਬੰਦਗੀ ਭਗਤੀ ਨਹੀਂ ਕੀਤੀ, ਮੇਰੀ ਹਾਲਤ ਕਹਿੰਦੀ ਗੋਲੀਆਂ ਵਰਗੀ ਬਣ ਗਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੋਲੀਆਂ ਵਰਗੀ ਬਣ ਗਈ। ਧਰੂ ਆਪਣੀ ਮਾਤਾ ਨੂੰ ਤੋਤਲੀ ਆਵਾਜ਼ ਵਿੱਚ ਪਿਆਰ ਨਾਲ ਪੁੱਛਦਾ, ਮਾਤਾ ਜੇ ਰਾਜ ਭਾਗ ਪ੍ਰਾਪਤ ਕਰਨਾ ਹੋਵੇ ਫੇਰ ਕੀ ਕਰਨਾ ਪਏਗਾ? ਆਪਣੀ ਮਾਤਾ ਨੂੰ ਬਾਰ-ਬਾਰ ਪੁੱਛਦਾ ਧਰੂ, ਬਿੰਦੇ ਬਿੰਦੇ ਪੁੱਛਦਾ, ਮਾਤਾ ਜੀ ਮੈਨੂੰ ਮੇਰੀ ਛੋਟੀ ਮਾਂ ਨੇ ਕੁੱਟਿਆ, ਮੰਦਾ ਬੋਲਿਆ, ਮੈਨੂੰ ਏਦਾਂ ਦੱਸ ਦੇ ਤੂੰ ਇਸ ਮਹਿਲਾਂ ਦੀ, ਇਸ ਰਾਜ ਭਾਗ ਦੀ ਗੋਲੀ ਐ ਕਿ ਰਾਣੀ ਐ? ਆਪਣੀ ਮਾਤਾ ਨੂੰ ਧਰੂ ਜੀ ਪੁੱਛ ਰਹੇ ਨੇ, ਨੀ ਤੂੰ ਗੋਲੀ ਐ ਕਿ ਰਾਣੀ ਮੇਰੇ ਪਿਤਾ ਦੀ, ਸੱਚ ਦੱਸ ਮਾਤਾ ਮੇਰੀਏ, ਨੀ ਤੂੰ ਗੋਲੀ ਐ ਕਿ ਰਾਣੀ ਮੇਰੇ ਪਿਤਾ ਦੀ, ਸੱਚ ਦੱਸ ਮਾਤਾ ਮੇਰੀਏ। ਤੂੰ ਗੋਲੀ ਐ ਕਿ ਰਾਣੀ ਮੇਰੇ ਪਿਤਾ ਦੀ, ਸੱਚ ਦੱਸ ਮਾਤਾ ਮੇਰੀਏ। ਨੀ ਤੂੰ ਗੋਲੀ ਐ ਕਿ ਰਾਣੀ ਮੇਰੇ ਪਿਤਾ ਦੀ, ਸੱਚ ਦੱਸ ਮਾਤਾ ਮੇਰੀਏ। ਗੋਲੀ ਐ ਕਿ ਰਾਣੀ ਮੇਰੇ ਪਿਤਾ ਦੀ, ਸੱਚ ਦੱਸ ਮਾਂ ਮੇਰੀਏ। ਨੀ ਤੂੰ ਗੋਲੀ ਐ ਕਿ ਰਾਣੀ ਮੇਰੇ ਪਿਤਾ ਦੀ, ਸੱਚ ਦੱਸ ਮਾਂ ਮੇਰੀਏ। ਨੀ ਤੂੰ ਗੋਲੀ ਐ ਕਿ ਰਾਣੀ ਮੇਰੇ ਪਿਤਾ ਦੀ, ਸੱਚ ਦੱਸ ਮਾਤਾ ਮੇਰੀਏ। ਨੀ ਤੂੰ ਗੋਲੀ ਐ ਕਿ ਰਾਣੀ ਮੇਰੇ ਪਿਤਾ ਦੀ, ਸੱਚ ਦੱਸ ਮਾਂ ਮੇਰੀਏ। ਨੀ ਤੂੰ ਗੋਲੀ ਐ ਕਿ ਰਾਣੀ ਮੇਰੇ ਪਿਤਾ ਦੀ, ਸੱਚ ਦੱਸ ਮਾਤਾ ਮੇਰੀਏ। ਨੀ ਤੂੰ ਗੋਲੀ ਐ ਕਿ ਰਾਣੀ ਮੇਰੇ ਪਿਤਾ ਦੀ, ਸੱਚ ਦੱਸ ਮਾਂ ਮੇਰੀਏ। ਨੀ ਐ ਕਿ ਰਾਣੀ ਮੇਰੇ ਪਿਤਾ ਦੀ, ਸੱਚ ਦੱਸ ਮਾਂ ਮੇਰੀਏ। ਨੀ ਤੂੰ ਗੋਲੀ ਐ ਕਿ ਰਾਣੀ ਮੇਰੇ ਪਿਤਾ ਦੀ, ਸੱਚ ਦੱਸ ਮਾਤਾ ਮੇਰੀ।
ਆਪਣੀ ਮਾਤਾ ਨੂੰ ਪੁੱਛਦਾ, ਮਾਤਾ ਜੀ ਇਸ ਰਾਜ ਭਾਗ ਦੀ ਤੂੰ ਗੋਲੀ ਐ ਕਿ ਮੇਰੇ ਪਿਤਾ ਦੀ ਤੂੰ ਰਾਣੀ ਐ? ਮਾਤਾ ਜੀ ਨੇ ਬੜਾ ਸੋਹਣਾ ਜਵਾਬ ਦਿੱਤਾ, ਪੁੱਤਰ ਹੈ ਤਾਂ ਮੈਂ ਰਾਣੀ ਆ, ਇਹ ਮੇਰੀ ਗੋਲੀਆਂ ਵਰਗੀ ਹਾਲਤ ਤਾਂ ਬਣ ਗਈ, ਮੈਂ ਬੰਦਗੀ ਨਹੀਂ ਕੀਤੀ, ਭਗਤੀ ਨਹੀਂ ਕੀਤੀ। ਧਰੂ ਨੂੰ ਮਾਤਾ ਦੱਸ ਰਹੀ ਹੈ, ਬਾਹੋਂ ਪਕੜੋ ਠਾਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਡਡੋਲ ਕਾ ਮਾਂ ਪੁੱਛ ਤੂੰ, ਸਵਾਣੀ ਹੈ ਕਿ ਸਰੀਤਾ? ਆਪਣੀ ਮਾਤਾ ਨੂੰ ਪੁੱਛਦਾ ਹੈ, ਸਵਾਣੀ ਹਾਂ ਇਸ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਪੁੱਤਰ ਮੈਂ ਬੰਦਗੀ ਨਹੀਂ ਕੀਤੀ, ਸੇਵਾ ਨਹੀਂ ਕੀਤੀ, ਨਾਮ ਨਹੀਂ ਜਪਿਆ। ਧਰੂ ਨਾਲ ਗੱਲਾਂ ਕਰਦੀ ਹੈ, ਪੁੱਤਰ ਜਿਹੜੇ ਭਗਤੀ ਕਰਦੇ ਨੇ, ਬੰਦਗੀ ਕਰਦੇ ਨੇ, ਉਹਨਾਂ ਨੂੰ ਰਾਜ ਭਾਗ ਪ੍ਰਾਪਤ ਹੋ ਜਾਂਦਾ ਹੈ। ਆਉਂਦਾ ਹੈ ਨਾ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਗੁਰੂ ਦੇ ਸਿਮਰਨ ਵਿੱਚ ਇੰਨੀਆਂ ਪਾਵਰਾਂ ਨੇ, ਇੰਨੀਆਂ ਤਾਕਤਾਂ ਨੇ। ਸਭ ਤੋਂ ਪਹਿਲਾਂ ਸਤਿਗੁਰੂ ਕਹਿੰਦੇ, ਪ੍ਰਭ ਕੈ ਸਿਮਰਨ ਰਿੱਧ, ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਨੇ। ਆਪਣੀ ਇੱਛਾ ਮੁਤਾਬਕ ਸਾਰੇ ਫੁਰਨੇ ਪੂਰੇ ਹੋ ਜਾਂਦੇ ਨੇ। ਦੂਜਾ ਬਚਨ ਆਉਂਦਾ ਹੈ, ਪ੍ਰਭ ਕੈ ਸਿਮਰਨ ਗਿਆਨ। ਕਹਿੰਦੇ ਸਿਮਰਨ ਦੇ ਨਾਲ ਬੰਦੇ ਨੂੰ ਗਿਆਨ ਆ ਜਾਂਦਾ ਹੈ, ਦੁਨੀਆ ਦੀ ਨੌਲੇਜ ਆ ਜਾਂਦੀ ਹੈ। ਤਿੰਨ ਤਰ੍ਹਾਂ ਦੇ ਗਿਆਨ ਇਤਿਹਾਸਕਾਰਾਂ ਨੇ ਲਿਖੇ ਨੇ, ਤਿੰਨ ਤਰ੍ਹਾਂ ਦੇ ਗਿਆਨ ਹਰ ਮਨੁੱਖ ਦੇ ਕੋਲ। ਪਹਿਲਾ ਗਿਆਨ ਕੁਦਰਤੀ ਹੁੰਦਾ ਹੈ, ਪਰਮਾਤਮਾ ਵੱਲੋਂ। ਤਿੰਨ ਤਰ੍ਹਾਂ ਦੇ ਗਿਆਨ ਮਾਨਤਾ ਪ੍ਰਾਪਤ ਨੇ ਹਰ ਇੱਕ ਮਨੁੱਖ ਦੇ ਕੋਲ। ਸਭ ਤੋਂ ਪਹਿਲਾ ਗਿਆਨ ਕੁਦਰਤ ਵੱਲੋਂ, ਜਿੰਨਾ ਕੁ ਬਖਸ਼ਿਸ਼ ਕਰਤਾ ਪਰਮਾਤਮਾ ਨੇ। ਦੂਸਰਾ ਗਿਆਨ ਪੜ੍ਹ ਲਿਖ ਕੇ, ਕਿਤਾਬਾਂ ਪੜ੍ਹ ਕੇ। ਦੂਸਰਾ ਗਿਆਨ ਪ੍ਰਾਪਤ ਹੁੰਦਾ, ਕਹਿੰਦੇ ਪੜ੍ਹ ਤੇ ਲਿਖ ਕੇ। ਤੀਸਰਾ ਗਿਆਨ ਜਦੋਂ ਉਮਰ ਵੱਡੀ ਹੋ ਜਾਂਦੀ ਹੈ, ਉਹ ਤਜਰਬੇ, ਜਦੋਂ ਵੱਡੀ ਉਮਰ ਦਾ ਹੋ ਜਾਂਦਾ ਹੈ, ਉਹਦਾ ਹੋਰ ਤਜਰਬਾ ਵੱਡਾ ਹੋ ਜਾਂਦਾ ਹੈ। ਆਖੋ ਸਤਿਨਾਮ ਵਾਹਿਗੁਰੂ। ਸਿਆਣੀ ਉਮਰ ਦੇ ਵਿੱਚ ਤਜਰਬਾ ਵੱਧ ਜਾਂਦਾ ਹੈ, ਗਿਆਨ ਵੱਧ ਜਾਂਦਾ ਹੈ। ਚੌਥਾ ਗਿਆਨ ਪਿਆਰਿਓ ਕੀ ਹੈ? ਜਿੱਥੇ ਇਹ ਤਿੰਨੇ ਗਿਆਨ ਖਤਮ ਹੋ ਜਾਣ, ਉੱਥੋਂ ਫਿਰ ਚੌਥਾ ਗਿਆਨ ਸ਼ੁਰੂ ਹੁੰਦਾ ਹੈ। ਉਹ ਕੀ ਹੈ? ਉਹਨੂੰ ਕਹਿੰਦੇ ਨੇ ਬ੍ਰਹਮ ਗਿਆਨ। ਜਿਹਨੂੰ ਸਤਿਗੁਰਾਂ ਨੇ ਬਚਨ ਕੀਤਾ, ਸੋ ਪੰਡਤ ਜੋ ਮਨ ਪ੍ਰਬੋਧ ਹੈ, ਰਾਮ ਨਾਮ ਆਤਮ ਮੈਂ ਸੁਧ ਹੈ। ਚੌਥਾ ਗਿਆਨ ਹੈ ਬ੍ਰਹਮ ਗਿਆਨ। ਇਹ ਬੜਾ ਮੁਸ਼ਕਲ ਦੇ ਨਾਲ ਆਉਂਦਾ ਹੈ। ਤਿੰਨ ਗਿਆਨ ਹਰ ਬੰਦੇ ਕੋਲ ਆ ਜਾਂਦੇ ਨੇ, ਪਰ ਜਿਹੜਾ ਚੌਥਾ ਗਿਆਨ ਹੈ ਨਾ ਪਿਆਰਿਓ, ਜਿਹਨੂੰ ਬ੍ਰਹਮ ਗਿਆਨ ਕਹਿੰਦੇ ਨੇ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮ ਗਿਆਨੀ ਦੀ ਅਵਸਥਾ ਸਤਿਗੁਰੂ ਕਹਿੰਦੇ, ਬ੍ਰਹਮ ਗਿਆਨੀ ਦੀ ਅਵਸਥਾ ਕੀ ਹੈ? ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਬ੍ਰਹਮ ਗਿਆਨੀ ਦੀ ਅਵਸਥਾ ਇਹ ਹੈ
ਅੰਮ੍ਰਿਤ ਤੇ ਜ਼ਹਿਰ ਕਹਿੰਦੇ ਬ੍ਰਹਮ ਗਿਆਨੀ ਨੂੰ ਇੱਕੋ ਹੀ ਬਰਾਬਰ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਬ੍ਰਹਮ ਗਿਆਨੀ ਕਹਿੰਦੇ ਪਿਆਰ ਨਾਲ ਸਤਿਕਾਰ ਨਾਲ ਉਸਦੇ ਭਾਣੇ ਵਿੱਚ ਕਹਿੰਦੇ ਅੰਮ੍ਰਿਤ ਵੀ ਉਵੇਂ ਹੀ ਛਕ ਜਾਂਦਾ ਹੈ। ਜੇ ਕਹਿੰਦੇ ਉਹਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਹੋਰ ਸਿਖਾਈ ਜਾਵੇ ਕਹਿੰਦੇ ਉਹਨੂੰ ਵੀ ਅੰਮ੍ਰਿਤ ਸਮਝ ਕੇ ਹੀ ਛਕ ਲੈਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਗੇ ਬ੍ਰਹਮ ਗਿਆਨੀ ਦੇ ਬਚਨ ਆਉਂਦੇ ਨੇ, ਤੈਸਾ ਮਾਨ ਤੈਸਾ ਅਭਿਮਾਨ। ਅੱਗੇ ਬ੍ਰਹਮ ਗਿਆਨੀ ਦੀ ਅਵਸਥਾ ਹੈ, ਕਹਿੰਦੇ ਉਹਦੀ ਕੋਈ ਸੋਭਾ ਕਰੇ ਉਹ ਵੀ ਕੋਈ ਬਰਾਬਰ ਹੈ। ਜੇ ਬ੍ਰਹਮ ਗਿਆਨੀ ਦੀ ਕੋਈ ਨਿੰਦਿਆ ਕਰਦਾ ਹੈ, ਮਾੜੇ ਸ਼ਬਦ ਬੋਲਦਾ ਹੈ, ਤੈਸਾ ਮਾਨ ਤੈਸਾ ਅਭਿਮਾਨ। ਦੇਖੋ ਗੁਰਬਾਣੀ ਦੇ ਨੁਕਤੇ, ਗੁਰਬਾਣੀ ਦੇ ਬਚਨ ਕਹਿੰਦੇ ਬ੍ਰਹਮ ਗਿਆਨੀ ਨੂੰ ਦੋਨੋਂ ਹੀ ਇੱਕੋ ਜੀ ਨੇ। ਮਾੜਾ ਬੋਲਣ ਵਾਲੇ ਵੀ ਚੰਗਾ ਬੋਲਣ ਵਾਲੇ ਵੀ ਇੱਕੋ ਜੀ ਨੇ ਕਹਿੰਦੇ ਬ੍ਰਹਮ ਗਿਆਨੀ ਨੇ। ਤੈਸਾ ਮਾਨ ਤੈਸਾ ਅਭਿਮਾਨ। ਜੇ ਕੋਈ ਸੋਭਾ ਕਰਦਾ ਕਹਿੰਦੇ ਉਹ ਵੀ, ਜੇ ਕੋਈ ਨਿੰਦਿਆ ਕਰਦਾ ਉਹ ਵੀ ਕਹਿੰਦੇ ਉਨਾ ਹੀ ਹੈ। ਇਹ ਬ੍ਰਹਮ ਗਿਆਨੀ ਦੀ ਕਹਿੰਦੇ ਅਵਸਥਾ ਬਣ ਜਾਂਦੀ ਹੈ। ਬ੍ਰਹਮ ਗਿਆਨੀ ਦੇ ਮਨ ਵਿੱਚ ਕਹਿੰਦੇ ਇੱਕੋ ਹੀ ਸੋਚ ਹੁੰਦੀ ਹੈ, ਇੱਕੋ ਹੀ ਸ਼ਬਦ ਹੁੰਦਾ ਹੈ। ਕੀ ਹੁੰਦਾ ਪਿਆਰਿਓ? ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲੋਂ ਸਾਰੇ ਚੰਗੇ। ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਸਾਰੇ ਚੰਗੇ ਨੇ। ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲੋਂ ਸਾਰੇ ਚੰਗੇ ਨੇ। ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲੋਂ ਸਾਰੇ ਚੰਗੇ ਨੇ। ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਨਾਲੋਂ ਸਾਰੇ ਚੰਗੇ ਨੇ। ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲੋਂ ਸਾਰੇ ਚੰਗੇ ਨੇ। ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲੋਂ ਸਾਰੇ ਚੰਗੇ ਨੇ। ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲੋਂ ਸਾਰੇ ਚੰਗੇ ਨੇ। ਧਰੋ ਪ੍ਰਹਿਲਾਦ ਆਪਣੀ ਮਾਤਾ ਦੇ ਨਾਲ ਬਚਨ ਵਿਲਾਸ ਕਰਦਾ ਹੈ, ਮਾਤਾ ਜੀ ਜੇ ਮੈਂ ਭਗਤੀ ਕੀਤੀ ਬੰਦਗੀ ਕੀਤੀ ਆਪਾਂ ਨੂੰ ਰਾਜ ਭਾਗ ਮਿਲ ਜੋ। ਮਾਤਾ ਕਹਿੰਦੇ ਪੁੱਤਰ ਜਿਹੜੇ ਕਹਿੰਦੀ ਬੰਦਗੀ ਕਰਦੇ ਨੇ ਉਹਨਾਂ ਨੂੰ ਤਾਂ ਵੱਡੇ ਵੱਡੇ ਰਾਜ ਭਾਗ ਮਿਲ ਜਾਂਦੇ ਨੇ। ਮਨ ਵਿੱਚ ਦ੍ਰਿੜ ਵਿਸ਼ਵਾਸ ਹੋ ਗਿਆ, ਕਿਉਂਕਿ ਪਿਆਰਿਓ ਮਾਤਾ ਦੇ ਹੱਥ ਵਿੱਚ ਹੁੰਦਾ ਹੈ। ਛੋਟੇ ਬੱਚੇ ਨੂੰ ਭਾਵੇਂ ਸੰਤ ਬਣਾ ਦੇ, ਭਾਵੇਂ ਸੂਰਮਾ ਬਣਾ ਦੇ, ਭਾਵੇਂ ਕੁਛ ਵੀ ਬਣਾ ਦੇ, ਮਾਤਾ ਦੇ ਹੱਥ ਵਿੱਚ ਹੁੰਦਾ ਹੈ। ਗੁਰਬਾਣੀ ਨੇ, ਇਤਿਹਾਸ ਨੇ ਇੱਥੇ ਤੱਕ ਲਿਖ ਦਿੱਤਾ, ਕਹਿੰਦੇ ਕੋਰਾ ਕਾਗਜ਼ ਹੁੰਦਾ ਹੈ ਬੱਚਾ, ਉਤੇ ਜੋ ਮਰਜ਼ੀ ਲਿਖ ਦੋ। ਇਸੇ ਤਰ੍ਹਾਂ ਬੱਚੇ ਦਾ ਜਿਹੜਾ ਜੀਵਨ ਹੈ ਨਾ, ਇਹ ਮਾਤਾ ਦੇ ਹੱਥ ਵਿੱਚ ਹੈ। ਮਾਤਾ ਜੋ ਮਰਜ਼ੀ ਬਣਾ ਸਕਦੀ ਹੈ। ਧਰੋ ਭਗਤ ਸਵੇਰ ਅੰਮ੍ਰਿਤ ਵੇਲਾ ਹੋਇਆ, ਜੰਗਲਾਂ ਨੂੰ ਚਾਲੇ ਪਾ ਦਿੱਤੇ, ਨਾਮ ਜਪਣ ਵਾਸਤੇ, ਬੰਦਗੀ ਕਰਨ ਵਾਸਤੇ। ਜਦੋਂ ਜੰਗਲਾਂ ਨੂੰ ਜਾ ਰਿਹਾ ਹੈ, ਮਾਤਾ ਨੂੰ ਪਤਾ ਲੱਗਿਆ ਕਿ ਮੇਰਾ ਪੁੱਤਰ ਜੰਗਲਾਂ ਵੱਲ ਜਾ ਰਿਹਾ ਹੈ, ਭਗਤੀ ਕਰਨ ਜਾ ਰਿਹਾ ਹੈ। ਗੁਰਮਖੋ ਬੜਾ ਔਖਾ ਹੈ ਵਿਛੋੜਾ। ਜਿਨ੍ਹਾਂ ਨੂੰ ਵਿਛੋੜਾ ਪੈ ਜਾਂਦਾ ਹੈ, ਵਿਛੋੜੇ ਦਾ ਉਹਨਾਂ ਨੂੰ ਪਤਾ ਹੁੰਦਾ ਹੈ। ਵਿਛੋੜਾ ਦੋ ਤਰ੍ਹਾਂ ਦਾ ਹੈ। ਕਈ ਸਾਨੂੰ ਸਦੀਵੀ ਵਿਛੋੜਾ ਦੇ ਜਾਂਦੇ ਨੇ,
ਜਿਵੇਂ ਅੱਜ ਭਾਈ ਸਾਹਿਬ ਭਾਈ ਅਮਰੀਕ ਸਿੰਘ ਸਰਪੰਚ ਇਹ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਪਿਛਲੇ ਸਾਲ। ਇੱਕ ਵਿਛੋੜਾ ਹੁੰਦਾ ਜਿਉਂਦਿਆਂ ਦਾ। ਸਤਿਗੁਰੂ ਕਹਿੰਦੇ ਵਿਛੋੜੇ ਝੱਲਣੇ ਬੜੇ ਔਖੇ ਨੇ ਪਿਆਰਿਓ। ਸਭ ਤੋਂ ਵੱਡਾ ਦੁੱਖ ਹੈ ਕਹਿੰਦੇ ਵਿਛੋੜੇ ਦਾ। ਵਿਛੋੜੇ ਤੋਂ ਵੱਡਾ ਦੁੱਖ ਹੈ ਕਹਿੰਦੇ ਭੁੱਖ ਦਾ। ਸਤਿਗੁਰੂ ਬਚਨ ਕਰਦੇ ਨੇ, ਕਹਿੰਦੇ ਧਰੂ ਦੀ ਮਾਤਾ ਨੂੰ ਜਦੋਂ ਪਤਾ ਲੱਗਿਆ ਕਿ ਮੇਰਾ ਪੁੱਤਰ ਜੰਗਲਾਂ ਦੇ ਵਿੱਚ ਜਾ ਰਿਹਾ ਬੰਦਗੀ ਕਰਨ, ਭਗਤੀ ਕਰਨ ਵਾਸਤੇ ਜਾ ਰਿਹਾ ਹੈ, ਅੱਗੇ ਜੰਗਲ ਦੇ ਵਿੱਚ ਵੱਡਾ ਰਸਤਾ ਭਿਆਨਕ ਹੈ, ਜੰਗਲ ਦੇ ਵਿੱਚ ਖਤਰਨਾਕ ਜਾਨਵਰ ਨੇ। ਜਦੋਂ ਤੁਰਿਆ ਜਾ ਰਿਹਾ ਨਾ ਪਿਆਰਿਓ, ਭਗਤ ਮਾਲਾ ਦੇ ਵਿੱਚ ਲਿਖਿਆ ਕਹਿੰਦੇ ਜਿਹੜਾ ਉਹ ਸੀਨ ਸੀ ਨਾ ਅੰਮ੍ਰਿਤ ਵੇਲੇ ਦਾ ਜੰਗਲ ਦਾ, ਕਹਿੰਦੇ ਜੰਗਲ ਦੇ ਵਿੱਚ ਬੜੀਆਂ ਤਰੰਗਾਂ, ਨਦੀ ਦੇ ਵਿੱਚੋਂ ਪਾਣੀ ਦੇ ਵਿੱਚੋਂ ਤਰ੍ਹਾਂ ਤਰ੍ਹਾਂ ਦੇ ਦਰਖਤ, ਤਰ੍ਹਾਂ ਤਰ੍ਹਾਂ ਦੇ ਜਾਨਵਰ, ਕਹਿੰਦੇ ਆਪੋ ਆਪਣੀ ਬੋਲੀ ਦੇ ਵਿੱਚ ਰੱਬ ਦਾ ਨਾਮ ਜਪ ਰਹੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਰ ਇੱਕ ਜਾਨਵਰ ਪਰਮਾਤਮਾ ਦਾ ਨਾਮ ਜਪਦਾ ਹੈ। ਧਰੂ ਭਗਤ ਨੂੰ ਕਹਿੰਦੇ ਆਪ ਆਪਣੇ ਮਨ ਵਿੱਚ ਕਹਿੰਦੇ ਬੜਾ ਆਨੰਦ ਆਇਆ ਤੇ ਮਨ ਵਿੱਚ ਸੋਚਦਾ ਪਰਮਾਤਮਾ, ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਤੇਰਾ ਨਾਮ ਨਹੀਂ ਜਾਣਦਾ, ਮੈਨੂੰ ਨਹੀਂ ਪਤਾ ਤੂੰ ਕਿਹੋ ਜਿਹਾ ਹੈ, ਮੈਂ ਤੇਰੀ ਭਗਤੀ ਕਰਨ ਵਾਸਤੇ ਆਇਆ। ਕਹਿੰਦੇ ਜੰਗਲ ਵਿੱਚ ਬੈਠ ਕੇ ਬਾਜਾ ਮਾਰਦਾ ਹੈ। ਜਦੋਂ ਬਾਜਾ ਮਾਰਦਾ ਹੈ, ਭਗਤ ਮਾਲਾ ਦਾ ਲੇਖ ਹੈ, ਕਹਿੰਦੇ ਬਾਜਾ ਮਾਰਦੇ ਮਾਰਦੇ ਨੂੰ ਕਹਿੰਦੇ ਸਾਹਮਣੇ ਨਾਰਦ ਜੀ ਆ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਜਦੋਂ ਸਾਹਮਣੇ ਨਾਰਦ ਜੀ ਆਏ, ਧਰੂ ਪੁੱਛਦਾ ਹੈ, ਦੇਖੋ ਬੱਚੇ ਦੀ ਭਾਵਨਾ, ਬੱਚੇ ਦੀ ਬੋਲੀ ਵੇਖੋ। ਧਰੂ ਪੁੱਛਦਾ ਕਹਿੰਦੇ ਨਾਰਦ ਨੂੰ ਕਿ ਤੂੰ ਹੀ ਰੱਬ ਹੈ, ਤੂੰ ਪਰਮਾਤਮਾ ਹੈ, ਤੁਸੀਂ ਹੋ ਰੱਬ। ਧਰੂ ਜੀ ਧਰੂ ਨੂੰ ਕਹਿੰਦੇ ਨਾਰਦ ਜੀ, ਕਹਿੰਦੇ ਬੱਚਾ ਮੇਰਾ ਨਾਮ ਨਾਰਦ ਹੈ, ਜਿਹੜਾ ਕਹਿੰਦੇ ਰੱਬ ਹੈ ਨਾ ਅਕਾਲ ਪੁਰਖ ਵਾਹਿਗੁਰੂ ਹੈ, ਉਹ ਤਾਂ ਅੱਗੇ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉੱਥੇ ਜਾਣਾ ਤਾਂ ਕਹਿੰਦੇ ਬਹੁਤ ਵੱਡਾ ਮੁਸ਼ਕਲ ਹੈ, ਰਸਤੇ ਦੇ ਵਿੱਚ ਬੜਾ ਭਿਆਨਕ ਰਸਤਾ ਹੈ, ਬੜੇ ਖਤਰਨਾਕ ਜਾਨਵਰ ਨੇ। ਉੱਥੇ ਫਿਰ ਨਾਰਦ ਨੇ ਧਰੂ ਨੂੰ ਇੱਕ ਬਚਨ ਕੀਤਾ ਪਿਆਰਿਓ, ਇਹ ਬਚਨ ਵੀ ਬੜਾ ਪੱਲੇ ਬੰਨਣ ਵਾਲਾ ਹੈ। ਨਾਰਦ ਜੀ ਕਹਿੰਦੇ ਧਰੂ ਨੂੰ, ਕਹਿੰਦੇ ਮੈਂ ਤੈਨੂੰ ਜਾਣਦਾ, ਤੂੰ ਰਾਜੇ ਦਾ ਪੁੱਤਰ ਹੈ ਉਤਾਨਪਾਦ ਦਾ, ਮੈਨੂੰ ਇਹ ਵੀ ਪਤਾ ਸੋਨੂੰ ਰਾਜ ਭਾਗ ਨਹੀਂ ਮਿਲਿਆ, ਕਹਿੰਦੇ ਇੱਥੋਂ ਹੀ ਵਾਪਸ ਮੁੜ ਜਾ, ਤੈਨੂੰ ਅੱਧਾ ਰਾਜ ਭਾਗ ਦਵਾ ਦਿੰਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਧਾ ਰਾਜ ਭਾਗ ਕਹਿੰਦੇ ਤੈਨੂੰ ਅੱਜੇ ਦਵਾ ਦਿੰਨੇ ਆ, ਤੂੰ ਵਾਪਸ ਮੁੜ ਜਾ, ਆਪਣੇ ਘਰ ਚਲਾ ਜਾ। ਧਰੂ ਆਪਣੇ ਮਨ ਵਿੱਚ ਸੋਚਦਾ, ਵੇਖੋ ਸੋਚ, ਕਹਿੰਦਾ ਮੈਂ ਹਜੇ ਕੋਈ ਭਗਤੀ ਨਹੀਂ ਕੀਤੀ, ਮੈਂ ਕੋਈ ਬੰਦਗੀ ਨਹੀਂ ਕੀਤੀ, ਕੋਈ ਨਾਮ ਨਹੀਂ ਜਪਿਆ, ਮੈਂ ਸਿਰਫ ਚੱਲਿਆ। ਕਹਿੰਦਾ ਮੈਨੂੰ ਅੱਜੇ ਅੱਧਾ ਰਾਜ ਭਾਗ ਮਿਲਦਾ ਹੈ, ਜਦੋਂ ਕਹਿੰਦਾ ਬੰਦਗੀ ਕਰੂੰਗਾ, ਨਾਮ ਜਪੂੰਗਾ, ਪਤਾ ਨਹੀਂ ਕੀ ਕੁਝ ਬਖਸ਼ ਦੇਣਾ ਪਰਮਾਤਮਾ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾਰਦ ਦੇ ਆਖੇ ਨਾ ਲੱਗਿਆ। ਧਰੂ ਛੋਟਾ ਜਿਹਾ ਬੱਚਾ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ 5 ਬਰਖ ਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ, ਗੁਰਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਚਨ ਕਰ ਦਿੱਤੇ। ਕਹਿੰਦੇ ਬੜੀ ਛੋਟੀ ਉਮਰ ਦੇ ਵਿੱਚ ਧਰੂ ਨੇ ਬੰਦਗੀ ਕੀਤੀ, ਭਗਤੀ ਕੀਤੀ। ਜਦੋਂ ਨਾਰਦ ਜੀ ਦਾ ਬਚਨ ਸੁਣਿਆ ਧਰੂ ਨੇ ਕਿ ਮੈਂ ਹਜੇ ਕੋਈ ਬੰਦਗੀ ਨਹੀਂ ਕੀਤੀ, ਸੇਵਾ ਨਹੀਂ ਕੀਤੀ, ਭਗਤੀ ਨਹੀਂ ਕੀਤੀ,
ਮੈਨੂੰ ਅੱਜ ਅੱਧਾ ਰਾਜ ਭਾਗ ਮਿਲਦਾ ਹੈ। ਕਹਿੰਦੇ ਜਦੋਂ ਮੈਂ ਬੰਦਗੀ ਕਰੂੰਗਾ ਮੈਨੂੰ ਪਤਾ ਨਹੀਂ ਮੇਰੇ ਮਾਲਕ ਨੇ ਕੀ ਬਖਸ਼ ਦੇਣਾ ਹੈ। ਨਾਰਦ ਜੀ ਨੂੰ ਕਹਿੰਦੇ ਨੇ ਸਵਾਮੀ ਜੀ ਮੈਂ ਹੁਣ ਵਾਪਸ ਨਹੀਂ ਮੁੜਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਵਾਪਸ ਨਹੀਂ ਜਾਣੀ, ਅੱਗੇ ਜਾਵਾਂਗਾ, ਬੰਦਗੀ ਕਰਾਂਗਾ, ਭਗਤੀ ਕਰਾਂਗਾ, ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਖੁਸ਼ੀਆਂ ਲਵਾਂਗਾ। ਜਦੋਂ ਕਹਿੰਦੇ ਨਾਰਦ ਜੀ ਨੇ ਸੋਚਿਆ ਕਿ ਬੱਚੇ ਦਾ ਜਿਹੜਾ ਵਿਸ਼ਵਾਸ ਹੈ ਬਹੁਤ ਵੱਡਾ ਹੈ, ਕਿਉਂਕਿ ਗੁਰੂ ਪਿਆਰਿਓ ਜਿਹੜਾ ਵਿਸ਼ਵਾਸ ਹੈ ਨਾ ਇਸੇ ਦੇ ਨਾਲ ਪਰਮਾਤਮਾ ਮਿਲਦਾ ਹੈ। ਇਤਿਹਾਸਕਾਰ ਦੱਸਦੇ ਨੇ, ਕਹਿੰਦੇ ਜਿਹੜੀ ਸਾਡੀ ਜ਼ਬਾਨ ਹੈ ਨਾ, ਜ਼ਬਾਨ ਇਸੇ ਨਾਲ ਕਹਿੰਦੇ ਰੱਬ ਮਿਲ ਜਾਂਦਾ ਹੈ, ਇਸੇ ਜ਼ਬਾਨ ਦੇ ਨਾਲ ਕਹਿੰਦੇ ਰੱਬ ਤੋਂ ਬੰਦਾ ਦੂਰ ਹੋ ਜਾਂਦਾ ਹੈ। ਕਿਉਂ? ਹਰ ਇੱਕ ਗੱਲ ਦੇ ਵਿੱਚ ਕਹਿੰਦੇ ਵੱਢੂ ਖਾਊ, ਗੁੱਸੇ ਦੇ ਨਾਲ ਬੋਲਦਾ ਹੈ, ਸਾਰੇ ਨਫ਼ਰਤ ਕਰਨ ਲੱਗ ਜਾਂਦੇ ਨੇ, ਇਹਦੇ ਲਵੇ ਕੀ ਲੱਗਾਂਗੇ। ਇਸੇ ਜ਼ਬਾਨ ਦੇ ਨਾਲ ਕਹਿੰਦੇ ਬੰਦਾ ਜਦੋਂ ਪਿਆਰ ਨਾਲ ਬੋਲਦਾ ਹੈ, ਹਰ ਇੱਕ ਦਾ ਜੀ ਕਰਦਾ ਕਿ ਇਹਦੇ ਕੋਲ ਬੈਠੀਏ। ਇਸੇ ਤਰ੍ਹਾਂ ਪਰਮਾਤਮਾ ਹੈ। ਸਤਿਗੁਰੂ ਕਹਿੰਦੇ ਰਸ ਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ। ਜਿਹੜੀ ਰਸਨਾ ਕਹਿੰਦੇ ਨਾਮ ਨਹੀਂ ਜਪਦੀ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹ ਰਸਨਾ ਨੂੰ ਕਹਿੰਦੇ ਤਿਲ ਤਿਲ ਕਰਕੇ ਕੱਟ ਦੇਣਾ ਚਾਹੀਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਨਾਰਦ ਜੀਆਂ ਨੂੰ ਕਹਿ ਰਹੇ ਨੇ ਧਰੋ ਸਵਾਮੀ ਜੀ ਮੈਂ ਵਾਪਸ ਨਹੀਂ ਜਾਣਾ, ਮੈਂ ਤਾਂ ਅੱਗੇ ਜਾ ਕੇ ਜਿੱਥੇ ਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ ਉਹਦੀ ਬੰਦਗੀ ਕਰਨੀ ਹੈ। ਚਾਲੇ ਪਾ ਦਿੱਤੇ। ਇਤਿਹਾਸ ਦੱਸਦਾ ਕਹਿੰਦੇ ਫਿਰ ਨਾਰਦ ਜੀਆਂ ਨੇ ਉਹਨੂੰ ਤਰੀਕਾ ਵੀ ਦੱਸਿਆ, ਡੋਲੀ ਨਾ, ਤੈਨੂੰ ਬੜੇ ਭੈੜੇ ਜਾਨਵਰ ਮਿਲਣਗੇ, ਡੋਲਣਾ ਨਹੀਂ, ਬੜਾ ਖਤਰਨਾਕ ਰਸਤਾ ਆਏਗਾ, ਅੱਗੇ ਤੈਨੂੰ ਕਹਿੰਦੇ ਪਰਮਾਤਮਾ ਨੇ ਮਿਲ ਜਾਣਾ, ਤੂੰ ਡੋਲਣਾ ਨਹੀਂ। ਜਦੋਂ ਕਹਿੰਦੇ ਧਰੂ ਨੇ ਚਾਲੇ ਪਾ ਦਿੱਤੇ, ਨਾਰਦ ਜੀ ਕਹਿੰਦੇ ਰਾਜਾ ਉਹ ਤਾਨ ਪਾਦ ਦੇ ਕੋਲ ਚੱਲ ਕੇ ਆ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਬੜੀ ਸੋਭਾ ਸੀ ਨਾਰਦ ਜੀਆਂ ਦੀ। ਰਾਜੇ ਨੂੰ ਕਹਿੰਦੇ ਤੇਰਾ ਪੁੱਤਰ ਬੜੇ ਘਣੇ ਜੰਗਲ ਦੇ ਵਿੱਚ ਬੜੇ ਖਤਰਨਾਕ ਰਸਤਿਆਂ ਦੇ ਵਿੱਚ ਦੀ ਗੁਜ਼ਰਦਾ ਹੋਇਆ ਤਪੱਸਿਆ ਕਰਨ ਜਾ ਰਿਹਾ ਹੈ, ਇੱਕੋ ਹੀ ਤੇਰਾ ਪੁੱਤਰ ਹੈ, ਆਪਣੇ ਪੁੱਤਰ ਨੂੰ ਸਾਂਭ ਲੈ। ਕਹਿੰਦੇ ਰਾਜ ਭਾਗ ਸੰਭਾ ਦੇ, ਚੰਗਾ ਰਹੇਗਾ। ਉਸੇ ਵਕਤ ਕਹਿੰਦੇ ਰਾਜੇ ਨੇ ਤਿਆਰੀਆਂ ਕੀਤੀਆਂ, ਆਪਣੇ ਅਹਿਲਕਾਰਾਂ ਨੂੰ ਹੁਕਮ ਕੀਤਾ, ਸਾਰੇ ਜਣੇ ਜਿੱਥੇ ਧਰੂ ਬੈਠਾ ਸੀ ਨਾ ਕਹਿੰਦੇ ਉੱਥੇ ਪਹੁੰਚ ਗਏ। ਧਰੂ ਦੇ ਕੋਲ ਜਾ ਕੇ ਰਾਜਾ ਉਤਾਨਪਾਦ ਸਾਰਾ ਪਰਿਵਾਰ ਬੇਨਤੀਆਂ ਕਰਦਾ ਹੈ ਧਰੂ ਨੂੰ। ਉਹਦਾ ਪਿਤਾ ਕਹਿ ਰਿਹਾ ਪੁੱਤਰ ਵਾਪਸ ਮਹਿਲਾਂ ਵੱਲ ਆ ਜਾ, ਕਹਿੰਦੇ ਸਾਰਾ ਹੀ ਰਾਜ ਭਾਗ ਸਾਂਭ ਲੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਪਿਆਰਿਓ ਬੰਦਗੀ ਦੇ ਵਿੱਚ ਬੜੀਆਂ ਵੱਡੀਆਂ ਤਾਕਤਾਂ ਨੇ, ਕਿਉਂਕਿ ਜਿਹੜਾ ਨਾਮ ਹੈ ਨਾ ਨੀਚੋਂ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਕਿਉਂਕਿ ਪਰਮਾਤਮਾ ਬਿਲਕੁਲ ਨੀਵਿਆਂ ਨੂੰ ਉੱਚੇ ਆਸਣਾਂ ਤੇ ਬਿਠਾ ਦਿੰਦੇ ਨੇ, ਸਤਿਕਾਰ ਕਰਾ ਦਿੰਦੇ ਨੇ। ਜੇ ਉੱਪਰ ਬੈਠ ਕੇ ਕੋਈ ਮਾਨ ਕਰਦਾ ਫਿਰ ਸਤਿਗੁਰੂ ਥੱਲੇ ਵੀ ਲਾ ਦਿੰਦੇ ਨੇ। ਇਹ ਉਹਦੀ ਖੇਡ ਹੈ, ਉਹਦੀ ਮੌਜ ਹੈ। ਸਤਿਗੁਰੂ ਕਹਿੰਦੇ ਖੇਲ ਖੇਲ ਅਖੇਲ ਖੇਲਨ, ਅੰਤ ਕੋ ਫਿਰ ਏਕ। ਇਹ ਪਰਮਾਤਮਾ ਦੀ ਮੌਜ ਹੈ ਪਿਆਰਿਓ। ਦੁਨੀਆ ਤੇ ਜੀਵ ਜਨਮ ਵੀ ਲੈ ਰਹੇ ਨੇ,
ਤੇ ਕਈ ਦੁਨੀਆ ਤੋਂ ਜਾ ਵੀ ਰਹੇ ਨੇ। ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਮੌਜ ਹੈ, ਉਹਦੀ ਖੇਡ ਹੈ। ਕਿਉਂਕਿ ਸਾਨੂੰ ਮਨੁੱਖਾ ਸਰੀਰ ਜਿਹੜਾ ਮਿਲਿਆ ਨਾ, ਇਹਦਾ ਮਤਲਬ ਇਹ ਨਹੀਂ ਕਿ ਤੂੰ ਆਪਣੇ ਕੰਮਾਂ ਕਾਰਾਂ ਦੇ ਵਿੱਚ ਬੀਜੀ ਰਹਿ। ਕੰਮ ਕਾਰ ਵੀ ਕਰਨੇ ਨੇ, ਹਰ ਇੱਕ ਕੰਮ ਨੂੰ ਟਾਈਮ ਦੇਣਾ ਸਾਡਾ ਫਰਜ਼ ਬਣਦਾ ਹੈ। ਆਪਣੇ ਕੰਮ ਕਾਰ ਵੀ ਕਰੋ, ਪਰ ਸਮੇਂ ਅਨੁਸਾਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਵੀ ਕਰੋ। ਕਿਉਂਕਿ ਗੁਰੂ ਨਾਨਕ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਸਾਰੀ ਜੋਤ, ਸਾਰੀਆਂ ਪਾਵਰਾਂ, ਸਾਰੀਆਂ ਸ਼ਕਤੀਆਂ ਕਿੱਥੇ ਨੇ? ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਪੁਰਖ ਬਾਬਾ ਆਨੰਦ ਸਿੰਘ ਜੀ ਬਚਨ ਕਰਿਆ ਕਰਦੇ ਸੀ, ਕਹਿੰਦੇ ਸਾਰੀਆਂ ਸ਼ਕਤੀਆਂ, ਸਾਰੀਆਂ ਪਾਵਰਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਨੇ। ਪਿਆਰਿਓ, ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਬਣ ਗਿਆ, ਉਹ ਕਹਿੰਦੇ ਦੁਨੀਆ ਦੇ ਰਾਜੇ ਬਣ ਜਾਂਦੇ ਨੇ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਪਾਤਸ਼ਾਹ ਕੌਣ ਹੁੰਦਾ ਪਿਆਰਿਓ? ਜਿਹੜਾ 100 ਰਾਜੇ ਦੇ ਉੱਪਰ ਹੁੰਦਾ ਉਹਨੂੰ ਪਾਤਸ਼ਾਹ ਕਹਿੰਦੇ ਨੇ। ਧਿਆਨ ਦਿਓ, ਇਹ ਗੁਰਬਾਣੀ, ਇਤਿਹਾਸ, ਇਹ ਡਿਗਰੀਆਂ ਨੇ। ਸਤਿਗੁਰੂ ਕਹਿੰਦੇ 100 ਰਾਜੇ ਦੇ ਉੱਪਰ ਦੀ ਹੋਵੇ ਜਿਹੜਾ, ਉਹ ਪਾਤਸ਼ਾਹ ਹੁੰਦਾ ਹੈ। ਜਿਹੜਾ 100 ਪਾਤਸ਼ਾਹ ਦੇ ਉੱਪਰ ਦੀ ਹੋਵੇ ਉਹਨੂੰ ਸੁਲਤਾਨ ਕਹਿੰਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੇਖੋ ਡਿਗਰੀਆਂ ਗੁਰਬਾਣੀ ਨੇ ਸਾਨੂੰ ਸਮਝਾਇਆ ਹੈ। ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ। ਕਿਉਂਕਿ ਪਰਮਾਤਮਾ ਜਿਹੜਾ ਸੁਲਤਾਨਾਂ ਦਾ ਵੀ ਸੁਲਤਾਨ ਹੈ। ਸਤਿਗੁਰੂ ਦੇ ਹੱਥ ਵਿੱਚ ਬੜੀਆਂ ਪਾਵਰਾਂ। ਜਿਹੜਾ ਕੋਈ ਇਹਨਾਂ ਦਾ ਬਣ ਜਾਂਦਾ ਹੈ, ਇੱਕ ਵਾਰ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਭਗਵਾਨ ਕ੍ਰਿਸ਼ਨ ਜੀ ਕਹਿੰਦੇ ਮਾਲਾ ਫੇਰ ਰਹੇ ਨੇ। ਕ੍ਰਿਸ਼ਨ ਭਗਵਾਨ, ਸੇਵਾਦਾਰਾਂ ਨੇ ਬਚਨ ਕੀਤਾ, ਮਹਾਰਾਜ ਤੁਸੀਂ ਤਾਂ ਆਪ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਦਾ ਰੂਪ ਹੋ, ਤੁਸੀਂ ਮਾਲਾ ਕਿਉਂ ਫੇਰਦੇ ਹੋ? ਕਹਿੰਦੇ ਭਗਵਾਨ ਕ੍ਰਿਸ਼ਨ ਜੀਆਂ ਨੇ ਬਚਨ ਕੀਤਾ, ਕਹਿੰਦੇ ਜਿਹੜੇ ਸਾਡੀ ਮਾਲਾ ਫੇਰਦੇ ਨੇ ਨਾ, ਅਸੀਂ ਉਹਨਾਂ ਦੀ ਫੇਰਦੇ ਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸੇ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ। ਕਹਿੰਦੇ ਜਿਹੜਾ ਕੋਈ ਇੱਕ ਕਦਮ ਗੁਰੂ ਵੱਲ ਤੁਰਦਾ ਹੈ, ਫਿਰ ਗੁਰੂ ਹਜ਼ਾਰਾਂ ਹੀ ਕਦਮਾਂ ਅੱਗੇ ਹੋ ਕੇ ਆਪਣੇ ਪਿਆਰੇ ਨੂੰ ਲੈਣ ਵਾਸਤੇ ਆਉਂਦੇ ਨੇ। ਸੋ ਗੁਰੂ ਪਿਆਰਿਓ, ਇਸ ਜ਼ਿੰਦਗੀ ਦਾ ਕੋਈ ਪਰਵਾਸਾ ਨਹੀਂ, ਇਸ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਦੋਂ ਸੱਦਾ ਆ ਜਾਵੇ। ਕਿਉਂਕਿ ਸਾਇੰਸ ਨੇ ਅੱਜ ਸਾਰੀਆਂ ਕਾਢਾਂ ਕੱਢ ਲੀਆਂ, ਪਰ ਸਾਇੰਸ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਬੰਦਾ ਜਾਂਦਾ ਕਿਹੜੇ ਤਰੀਕੇ ਨਾਲ ਹੈ, ਆਉਂਦਾ ਕਿਹੜੇ ਤਰੀਕੇ ਨਾਲ ਹੈ। ਲਿਖਿਆ ਨਾ, ਜੰਮਣ ਮਰਨਾ ਹੁਕਮ ਹੈ, ਭਾਣਾ ਆਵੇ ਜਾਏ। ਸਾਇੰਸ ਨੇ ਕਹਿੰਦੇ ਸਾਰੇ ਤਰੀਕੇ, ਸਾਰੀਆਂ ਜਾਣਕਾਰੀਆਂ ਲੈ ਲੀਆਂ, ਪਰ ਕਹਿੰਦੇ ਸਾਇੰਸ ਨੂੰ ਇਹ ਨਹੀਂ ਪਤਾ ਲੱਗਿਆ ਜਦੋਂ ਬੰਦਾ ਮਰਦਾ ਹੈ, ਜਾਂਦਾ ਹੈ ਦੁਨੀਆ ਤੋਂ, ਕਿਹੜੇ ਤਰੀਕੇ ਨਾਲ ਜਾਂਦਾ ਹੈ, ਕੀ ਕੰਮਕਾਰ, ਕਿੱਥੇ ਜਾਂਦਾ ਹੈ, ਕੀ ਉਹਦੇ ਲੱਛਣ ਨੇ। ਜਦੋਂ ਜਨਮ ਲੈਂਦਾ ਹੈ ਉਹ ਵੀ ਨਹੀਂ ਪਤਾ ਲੱਗਿਆ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ, ਜੰਮਣ ਤੇ ਮਰਨਾ ਉਹਦਾ ਹੁਕਮ ਹੈ, ਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਹੁਕਮ ਹੈ। ਸੋ ਗੁਰੂ ਪਿਆਰਿਓ, ਜਿਹੜਾ ਕੋਈ ਇਸ ਸੰਸਾਰ ਤੇ ਆਇਆ ਹੈ,
ਉਹਨੂੰ ਇੱਕ ਦਿਨ ਜਾਣਾ ਪੈਣਾ। ਇਹ ਸਚਾਈ ਹੈ। ਜਿਵੇਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵੇਲੇ ਸਾਲਸਰਾਏ ਦੱਸਿਆ ਸੀ ਨਾ ਕਿ ਮਰਨਾ ਸੱਚ ਹੈ, ਜਿਉਣਾ ਝੂਠ ਹੈ। ਅਸਲ ਸਚਾਈ ਹੈ ਗੁਰੂ ਪਿਆਰਿਓ। ਜਦੋਂ ਵੀ ਅਸੀਂ ਕਿਸੇ ਦੇ ਭੋਗ ਤੇ ਜਾਈਏ, ਅੰਤਮ ਅਰਦਾਸ ਤੇ ਜਾਈਏ, ਕਿਸੇ ਦੇ ਵੀ ਸੰਸਕਾਰ ਤੇ ਜਾਈਏ, ਸਾਨੂੰ ਉੱਥੋਂ ਇੱਕ ਗਿਆਨ ਪ੍ਰਾਪਤ ਹੁੰਦਾ ਹੈ। ਸਤਿਗੁਰੂ ਕਹਿੰਦੇ ਉਹ ਗਿਆਨ ਹੈ ਨਾ ਜਿਹੜਾ, ਉਹਨੂੰ ਪੱਲੇ ਨਾਲ ਬੰਨਿਆ ਕਰ, ਉਹਨੂੰ ਬਚਨ ਨੂੰ ਯਾਦ ਰੱਖਿਆ ਕਰ। ਕੀ ਬਚਨ ਯਾਦ ਰੱਖਣਾ ਹੈ? ਕਿ ਇਹ ਮੌਤ ਹੈ ਜਿਹੜੀ ਮੇਰੇ ਤੇ ਵੀ ਆ ਸਕਦੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੋ ਗੁਰੂ ਪਿਆਰਿਓ, ਬੜੇ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਜਿਹੜੇ ਪਿਛਲੇ ਸਮਿਆਂ ਦੇ ਵਿੱਚ ਗੁਰੂ ਚਰਨਾਂ ਦੇ ਵਿੱਚ ਜਾ ਬਰਾਜੇ ਹਨ, ਉਹਨਾਂ ਦੇ ਸੁਪੁੱਤਰ ਭਾਈ ਸਾਹਿਬ ਭਾਈ ਮਨਦੀਕ ਸਿੰਘ ਜੀ ਸੋਨੀ ਤੇ ਦੂਸਰੇ ਸੁਪੁੱਤਰ ਭਾਈ ਸਾਹਿਬ ਭਾਈ ਦਲੇਰ ਸਿੰਘ ਜੀ, ਆਪਣੇ ਸਤਿਕਾਰਯੋਗ ਪਿਤਾ ਨੂੰ ਯਾਦ ਕੀਤਾ, ਜਿਨ੍ਹਾਂ ਨੇ ਸਤਿਗੁਰੂ ਕਿਰਪਾ ਕਰਨ ਇਸ ਪਰਿਵਾਰ ਤੇ ਮੇਰਾ ਭਰਿਆ ਹੱਥ ਰੱਖਣ। ਆਉਣ ਵਾਲਾ ਸਮਾਂ ਸਾਰੇ ਪਰਿਵਾਰਾਂ ਤੇ ਮੇਰਾ ਭਰਿਆ ਹੱਥ ਰੱਖੇ ਸਤਿਗੁਰੂ, ਕਿਉਂਕਿ ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਕਹਿੰਦੇ ਜਾਣਾ ਸਭ ਨੇ, ਅੱਜ ਨਹੀਂ ਕੱਲ ਨੂੰ, ਕੱਲ ਨਹੀਂ ਪਰਸੋਂ ਨੂੰ, ਸਾਲ ਨੂੰ, 6 ਮਹੀਨਿਆਂ ਨੂੰ, 2 ਸਾਲਾਂ ਨੂੰ ਜਾਣਾ ਪੈਣਾ। ਇਹ ਸਚਾਈ ਹੈ। ਸੋ ਗੁਰੂ ਪਿਆਰਿਓ, ਜਿੰਨੀਆਂ ਵੀ ਸੰਗਤਾਂ ਭੋਗ ਦੇ ਸਮੇਂ ਤੇ ਪਹੁੰਚੇ ਹੋ, ਭਾਈ ਸਾਹਿਬ ਭਾਈ ਅਮਰੀਕ ਸਿੰਘ ਦੇ ਸਾਰੇ ਪਰਿਵਾਰ ਵੱਲੋਂ, ਦੋਨੇ ਸੁਪੁੱਤਰਾਂ ਵੱਲੋਂ, ਸਾਰੇ ਪਰਿਵਾਰ ਵੱਲੋਂ, ਸਾਰੀਆਂ ਸੰਗਤਾਂ ਦਾ, ਨਗਰ ਨਿਵਾਸੀਆਂ ਦਾ, ਇਲਾਕਾ ਨਿਵਾਸੀ ਸੰਗਤਾਂ ਦਾ, ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਆਓ ਸਾਰੇ ਭਾਈ ਆਨੰਦ ਸਾਹਿਬ ਦੇ ਵਿੱਚ ਬੋਲ ਕੇ ਰਸਨਾ ਪਵਿੱਤਰ ਕਰੀਏ। ਬੜੀ ਦੂਰ ਦੂਰ ਤੋਂ ਸੰਗਤ ਆਈ ਹੈ, ਰਿਸ਼ਤੇਦਾਰ ਤੇ ਬਾਬਾ ਜੀ ਪਹੁੰਚੇ ਨੇ, ਬਾਬਾ ਸੁਖਦੇਵ ਮੁਨੀ ਜੀ। ਪਰਿਵਾਰ ਵੱਲੋਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਮੇਂ ਚੋਂ ਸਮਾਂ ਕੱਢਿਆ। ਸਾਰੀਆਂ ਸੰਗਤਾਂ ਨੇ ਆਈਆਂ ਨੇ ਸੰਗਤਾਂ। ਸੋ ਆਓ ਹੁਣ ਆਨੰਦ ਸਾਹਿਬ ਦੇ ਵਿੱਚ ਬੋਲ ਕੇ ਰਸਨਾ ਪਵਿੱਤਰ ਕਰੀਏ, ਕਿਉਂਕਿ ਮੌਸਮ ਖਰਾਬ ਹੈ। ਮੌਸਮ ਦੇ ਹਿਸਾਬ ਦੇ ਨਾਲ ਆਪਾਂ ਭਾਈ ਸਮਾਪਤੀ ਵੱਲ ਚੱਲੀਏ। ਸਤਿਗੁਰੂ ਮਿਹਰਾਂ ਭਰਿਆ ਹੱਥ ਰੱਖਣ ਸੰਗਤਾਂ ਤੇ।